आप लिहो तुम कथा सुधारी। सतनाम श्री वाहिगुरु साहिब जियो। मान बाक तैसे तब करੈ, बहु दिन रहै आपने घरै। इम पैंदा होय हो हंकारी, सतगुर तिस की ले सुध सारी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਨਾਲ ਆਪਣੀ ਸੁਰਤੀ ਨੂੰ ਜੋੜੀਏ। ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਦੀ ਧਰਤੀ 'ਤੇ ਮਹਾਰਾਜ ਜੋ ਕੌਤਕ ਕੀਤੇ ਹਨ। ਸਨਮਾਨਯੋਗ ਮਾਤਾ ਜੀ, ਮਾਤਾ ਕੌਲਾਂ ਜੀ ਦਾ ਅਕਾਲ ਚਲਾਣਾ ਹੋਇਆ ਹੈ ਔਰ ਉਹਨਾਂ ਤੋਂ ਉਪਰੰਤ ਸਤਿਗੁਰੂ ਜੀ ਜੋ ਕੌਤਕ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਕਰ ਰਹੇ ਹਨ। ਸੂਰਬੀਰ ਯੋਧਿਆਂ ਦਾ ਹੌਸਲਾ ਵਧਾਉਂਦੇ ਹਨ। ਪਿੰਡਾਂ ਤੋਂ ਗੱਭਰੂ ਨੌਜਵਾਨ ਗੁਰੂ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਆ ਰਹੇ ਹਨ। ਗੁਰੂ ਕੇ ਸਿੱਖ ਗੁਰੂ ਦੀਆਂ ਸੰਗਤਾਂ ਚੰਗੇ ਘੋੜੇ ਤੇ ਸ਼ਸਤਰ ਲਿਆ ਰਹੀਆਂ ਹਨ। ਦਿਨੋਂ ਦਿਨ ਗੁਰੂ ਸਾਹਿਬ ਦਾ ਪ੍ਰਤਾਪ ਵੱਧਦਾ ਜਾ ਰਿਹਾ ਹੈ। ਯੁੱਧ ਦੇ ਸ਼ੌਕੀਨ ਸੂਰਬੀਰ ਬਹਾਦਰ ਗੱਭਰੂ ਨੌਜਵਾਨ ਦਿਨੋਂ ਦਿਨ ਗੁਰੂ ਦੀ ਫੌਜ 'ਚ ਵੱਧਦੇ ਜਾ ਰਹੇ ਹਨ। ਉਹਨਾਂ ਦਾ ਮਾਰ ਬਕਾਰਾ ਬੋਲ ਚਾਲ ਬੜਾ ਜਾਹੋ ਜਲਾਲ ਵਾਲਾ ਹੈ। ਕਦੀ ਕਹਿੰਦੇ ਦਿੱਲੀ ਲੁੱਟਣੀ ਹੈ, ਕਦੀ ਕਹਿੰਦੇ ਲਾਹੌਰ ਲੁੱਟਣਾ ਹੈ। ਇੱਦਾਂ ਦੇ ਬਚਨ ਜਦੋਂ ਕਰਦੇ ਹਨ ਤਾਂ ਸਾਧ ਸੰਗਤ ਜੀ ਜ਼ਾਲਮਾਂ ਦੀ ਛਾਤੀ ਦਹਿਲ ਜਾਂਦੀ ਹੈ। ਮਹਾਰਾਜ ਦਾ ਇਹ ਪ੍ਰਤਾਪ ਜਾਹੋ ਜਲਾਲ ਸਰਵਣ ਕਰੀਏ। ਪੈਂਦੇ ਖਾਂ ਵੀ ਗੁਰੂ ਸਾਹਿਬ ਦੇ ਕੋਲ ਰਹਿੰਦਾ ਹੈ ਅਤੇ ਪੈਂਦੇ ਖਾਂ ਜਦੋਂ ਪਿੰਡਾਂ ਦੇ ਪਠਾਣ ਮੁੰਡੇ ਭਰਤੀ ਹੋਣ ਆਉਂਦੇ ਪਹਿਲਾਂ ਪੈਂਦੇ ਖਾਂ ਨੂੰ ਮਿਲਦੇ ਹਨ ਅਤੇ ਪੈਂਦੇ ਖਾਂ ਉਹਨਾਂ ਦੇ ਸਾਹਮਣੇ ਆਪਣੀਆਂ ਫੜਾਂ ਮਾਰਦਾ ਹੈ ਕਿ ਜੇ ਮੈਂ ਨਾ ਹੋਵਾਂ ਨਾ ਅਤੇ ਅੰਮ੍ਰਿਤਸਰ ਦੀ ਜੰਗ ਜਿੱਤੀ ਨਹੀਂ ਸੀ ਜਾਣੀ। ਆਪਣੇ ਬਲ ਦਾ ਪੈਂਦੇ ਨੂੰ ਦਿਨੋਂ ਦਿਨ ਹੰਕਾਰ ਹੁੰਦਾ ਜਾ ਰਿਹਾ ਹੈ। ਗੁਰੂ ਸਾਹਿਬ ਨੇ ਵਧੀਆ ਮਕਾਨ ਛੋਟੇ ਮੀਰ ਪਿੰਡ 'ਚ ਬਣਾ ਦਿੱਤੇ, ਇਹਦਾ ਵਿਆਹ ਵੀ ਕਰਾ ਦਿੱਤਾ ਔਰ ਇਹ ਨਾਲ ਹੀ ਕਹਿਤਾ ਵੀ ਪੈਂਦਾ ਆਪਣੇ ਘਰ ਰਿਹਾ ਕਰ, ਜਦੋਂ ਲੋੜ ਪਏਗੀ ਬੁਲਾ ਲਿਆ ਕਰਾਂਗੇ। ਪੈਂਦਾ ਹੁਣ 8ਵੇਂ 7ਵੇਂ ਦਿਨ ਗੇੜਾ ਮਾਰ ਜਾਂਦਾ ਹੈ। ਜ਼ਿਆਦਾਤਰ ਆਪਣੇ ਪਿੰਡ ਛੋਟੇ ਮੀਰ ਰਹਿੰਦਾ ਹੈ। ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸਿਰ ਝੁਕਾ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਨ ਬਾਕ ਤੈਸੇ ਤਬ ਕਰੈ। ਮਹਾਰਾਜ ਸਾਹਿਬ ਜੀ ਜਿਵੇਂ ਕਹਿੰਦੇ ਹਨ ਪੈਂਦੇ ਖਾਂ ਉਸੇ ਤਰ੍ਹਾਂ ਕਰਦਾ। ਮਹਾਰਾਜ ਕਹਿੰਦੇ ਤੂੰ ਪਿੰਡ ਰਿਹਾ ਕਰ, ਜਦੋਂ ਲੋੜ ਹੋਏਗੀ ਬੁਲਾ ਲਾਂਗੇ, ਕਦੀ ਕਦੀ ਆ ਜਾ ਕਰ। ਸੋ ਪੈਂਦਾ ਹੁਣ ਇਸੇ ਤਰ੍ਹਾਂ ਕਰਦਾ ਹੈ। ਬਹੁ ਦਿਨ ਰਹਿ ਆਪਨੇ ਘਰੈ। 5-6 ਦਿਨ ਘਰ ਰਹਿੰਦਾ, 1-2 ਦਿਨ ਕਰਤਾਰਪੁਰ ਆ ਜਾਂਦਾ ਹੈ। ਬਹੁਤਾ ਸਮਾਂ ਆਪਣੇ ਘਰ ਗੁਜ਼ਾਰਦਾ। ਜੇ ਦਿਨੇ ਆ ਜਾਂਦਾ ਤੇ ਸ਼ਾਮ ਨੂੰ ਆਪਣੇ ਘਰ ਹੀ ਜਾ ਸੌਂਦਾ ਹੈ। ਇਮ ਪੈਂਦਾ ਹੋਇ ਹੋ ਹੰਕਾਰੀ। ਇਸ ਤਰ੍ਹਾਂ ਪੈਂਦਾ ਖਾਂ ਦਿਨੋਂ ਦਿਨ ਹੰਕਾਰੀ ਹੁੰਦਾ ਜਾਂਦਾ ਹੈ। ਇਹਦਾ ਹੰਕਾਰ ਵੱਧਦਾ ਜਾਂਦਾ ਹੈ। ਸਤਿਗੁਰ ਤਿਸ ਕੀ ਲੈ ਸੁਧ ਸਾਰੀ। ਮਹਾਰਾਜ ਛੇਵੇਂ ਪਾਤਸ਼ਾਹ ਗਰੀਬ ਨਵਾਜ਼ ਜੀ ਪੈਂਦੇ ਦੀ ਸਾਰੀ ਖਬਰਸਾਰ ਰੱਖਦੇ ਹਨ। ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ। ਕਿਸੂ ਵਸਤ ਕੀ ਕਮੀ ਨਾ ਕੋਈ। ਪੈਂਦੇ ਕੋਲ ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੈ। ਮਕਾਨ ਵੀ ਸੋਹਣਾ ਗੁਰੂ ਜੀ ਨੇ ਬਣਾ ਦਿੱਤਾ ਹੈ, ਵਿਆਹ ਵੀ ਕਰਾ ਦਿੱਤਾ ਹੈ ਅਤੇ ਵਹੁਟੀ ਨੂੰ ਲੈ ਕੇ ਆਪਣੇ ਨਵੇਂ ਮਕਾਨ ਛੋਟੇ ਮੀਰ 'ਚ ਰਹਿਣ ਲੱਗ ਪਿਆ ਹੈ। ਵਸਤ ਅਮੋਲਕ ਦੇ ਗੁਰ ਸੋਈ। ਜਿਹੜੀਆਂ ਕੀਮਤੀ ਚੀਜ਼ਾਂ, ਚੰਗਾ ਘੋੜਾ, ਚੰਗਾ ਜੋੜਾ, ਚੰਗਾ ਸ਼ਸਤਰ ਮਹਾਰਾਜ ਪੈਂਦੇ ਨੂੰ ਹੀ ਦਿੰਦੇ ਹਨ। ਨਿਕਟ ਗ੍ਰਾਮਪੁਰ ਜੇ ਤਿਕ ਅਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਜਿੰਨੇ ਪਿੰਡ ਹਨ, ਨਗਰ ਹਨ, ਜਲੰਧਰ ਵਗੈਰਾ ਹੋਰ ਵੱਡੇ ਸ਼ਹਿਰ ਹਨ, ਗੁਰ ਆਵਨ ਕੀ ਸੁਧ ਕੋ ਲਹੈ। ਉੱਥੇ ਮਹਾਰਾਜ ਦੇ ਆਉਣ ਦੀ ਖਬਰ ਪਹੁੰਚੀ ਹੈ। ਦੁਆਬੇ ਦੇ ਸਿੱਖ ਸਾਰੇ ਆਪਣੇ ਆਪਣੇ ਕੰਮਾਂ ਕਾਰਾਂ ਨੂੰ ਸੰਕੋਚ ਕੇ
ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਆ ਰਹੇ ਹਨ। ਲੈ ਲੈ ਬਹੁ ਵਸਤੁਨ ਉਪਹਾਰੇ, ਵਧੀਆ ਵਧੀਆ ਵਸਤੂਆਂ, ਵਧੀਆ ਵਧੀਆ ਉਪਹਾਰ ਭੇਟਾਵਾਂ ਲੈ ਲੈ ਕੇ ਆਉਂਦੇ ਹਨ। ਆਵਹਿ ਜਿਤ ਕਿਤ ਤੇ ਦਿਨ ਸਾਰੇ, ਸਾਰਾ ਦਿਨ ਸੰਗਤਾਂ ਆਉਂਦੀਆਂ ਰਹਿੰਦੀਆਂ, ਰੋਜ਼ ਹੀ ਆਉਂਦੀਆਂ ਰਹਿੰਦੀਆਂ। ਇੱਕ ਜਥਾ ਸੰਗਤਾਂ ਦਾ ਆ ਰਿਹਾ, ਇੱਕ ਮੱਥਾ ਟੇਕ ਕੇ ਜਾ ਰਿਹਾ। ਆਵਾਜਾਈ ਸੰਗਤ ਦੀ ਕਰਤਾਰਪੁਰ ਸਾਹਿਬ ਲੱਗੀ ਰਹਿੰਦੀ ਹੈ। ਅਰਪਨ ਕਰ ਕਰ ਵਸਤੁਨ ਬ੍ਰਿੰਦ, ਤੇ ਮਹਾਰਾਜ ਦੇ ਚਰਨਾਂ 'ਚ ਵਧੀਆ ਵਧੀਆ ਭੇਟਾਵਾਂ ਚੜ੍ਹਾਉਂਦੇ ਨੇ। ਚੰਗੇ ਚੰਗੇ ਤੋਹਫੇ, ਕੀਮਤੀ ਵਸਤੂਆਂ ਲਿਆ ਲਿਆ ਕੇ ਅਰਪਣ ਕਰਦੇ ਨੇ। ਬੰਦਤ ਸੁੰਦਰ ਪਦ ਅਰਬਿੰਦ, ਮਹਾਰਾਜ ਦੇ ਸੋਹਣੇ ਚਰਨ ਕਮਲਾਂ ਤੇ ਮੱਥਾ ਟੇਕਦੇ ਨੇ, ਬੰਦਨਾ ਕਰਦੇ ਨੇ। ਕਰਹਿ ਮੇਵਰੋ ਢਿਗ ਅਰਦਾਸ, ਤੇ ਅਰਦਾਸੀਆ ਮੇਵੜਾ ਮਹਾਰਾਜ ਦੇ ਕੋਲ ਉਹਨਾਂ ਸੰਗਤਾਂ ਦੀ ਅਰਦਾਸ ਕਰਦਾ। ਅਰਦਾਸੀਆ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ, ਮਹਾਰਾਜ ਫਲਾਣੇ ਨਗਰ ਦੀ ਸੰਗਤ ਆਈ ਹੈ, ਇਹ ਭੇਟਾ ਲੈ ਕੇ ਆਈ। ਫਲਾਣਾ ਸਿੱਖ ਘੋੜਾ ਲੈ ਕੇ ਆਇਆ, ਫਲਾਣਾ ਸਿੱਖ ਸ਼ਸਤਰ ਲੈ ਕੇ ਆਇਆ, ਫਲਾਣਾ ਸਿੱਖ ਮਹਾਰਾਜ ਜੀ ਬੰਦੂਕ ਲੈ ਕੇ ਆਇਆ, ਤਲਵਾਰ ਲੈ ਕੇ ਆਇਆ। ਮਹਾਰਾਜ ਇਹਦੇ ਕਾਰਜ ਰਾਸ ਕਰਨੇ। ਫਿਰ ਸਿੱਖਾਂ ਦੀ ਅਰਦਾਸ ਗੁਰੂ ਸਾਹਿਬ ਸੁਣਦੇ ਨੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਸਿੱਖ ਮੰਗਦੇ ਨੇ ਮਹਾਰਾਜ ਉਹ ਕੁਝ ਦੇ ਦਿੰਦੇ ਨੇ। ਪੂਰਹਿ ਸਿੱਖਨ ਕੀ ਸਭ ਆਸ, ਮਹਾਰਾਜ ਸਿੱਖਾਂ ਦੀਆਂ ਆਸਾਂ ਪੂਰੀਆਂ ਕਰਦੇ ਨੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਿਹੜੇ ਦੁਨਿਆਵੀ ਮੰਗ ਕਰਦੇ ਮਹਾਰਾਜ ਦੁਨਿਆਵੀ ਮੰਗਾਂ ਪੂਰੀਆਂ ਕਰ ਦਿੰਦੇ। ਜਿਹੜੇ ਗੁਰੂ ਕੋਲੋਂ ਪਰਮਾਰਥੀ ਮੰਗਾਂ ਮੰਗਦੇ ਨੇ ਮਹਾਰਾਜ ਉਹਨਾਂ ਦੀਆਂ ਪਰਮਾਰਥੀ ਮੰਗਾਂ ਪੂਰੀਆਂ ਕਰ ਦਿੰਦੇ ਹਨ। ਹਾਂਜੀ, ਦਰਸ਼ਨ ਕਰੈ ਨਿਸਾ ਟਿਗ ਰਹੈ, ਮਹਾਰਾਜ ਕੋਲ ਸਿੱਖ ਦਰਸ਼ਨ ਕਰਕੇ ਕੋਈ ਰਾਤ ਰਹਿੰਦੇ ਨੇ, ਕੋਈ 2 ਰਾਤਾਂ ਰਹਿੰਦੇ ਨੇ। ਗਮਨਹਿ ਘਰ ਗਨ ਖੁਸ਼ੀਨ ਲਹੈ, ਔਰ ਫਿਰ ਆਪਣੇ ਪਿੰਡਾਂ ਨੂੰ ਵਾਪਸ ਚਲੇ ਜਾਂਦੇ ਨੇ। ਗੁਰੂ ਦੀਆਂ ਖੁਸ਼ੀਆਂ ਲੈ ਰਹੀ ਹੈ ਦੁਆਬੇ ਦੀ ਸੰਗਤ। ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਕਪੂਰਥਲਾ, ਇਹ ਸਾਧ ਸੰਗਤ ਦੀ ਜਿਹੜਾ ਇਲਾਕਾ ਹੈ ਇਹਨੂੰ ਦੁਆਬਾ ਕਹਿੰਦੇ ਹਨ। ਬਿਆਸਾ ਤੇ ਸਤਲੁਜ ਦੇ ਵਿਚਕਾਰ ਦਾ ਇਲਾਕਾ, ਇਹ ਦੁਆਬੇ ਦੇ ਸਿੱਖ ਮਹਾਰਾਜ ਦੇ ਦਰਸ਼ਨਾਂ ਦਾ ਹੁਣ ਲਾਭ ਲੈ ਰਹੇ ਨੇ। ਸਗਰੇ ਦਿਨ ਸਤਿਗੁਰ ਕੇ ਤੀਰ, ਸਾਰਾ ਦਿਨ ਗੁਰੂ ਜੀ ਦੇ ਕੋਲ ਆਏ ਜਾਏ ਸਿੱਖ ਹੋਵਤ ਭੀਰ। ਆਉਂਦੀਆਂ ਜਾਂਦੀਆਂ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ। ਸੰਗਤਾਂ ਦੇ ਜਥਿਆਂ ਦੇ ਜਥੇ ਆਉਂਦੇ ਨੇ, ਗੱਡਿਆਂ ਤੇ, ਰੇਹੜਿਆਂ ਤੇ, ਪੈਦਲ, ਘੋੜਿਆਂ ਤੇ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਨੇ। ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁੱਖ ਜਾਏ। 6ਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟੇ ਜਾਂਦੇ ਆ। ਮਨ ਤੇ ਤਨ ਨੂੰ ਸ਼ਾਂਤੀ ਹੁੰਦੀ ਹੈ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਦਰਸ਼ਨ ਹੁੰਦੇ, 6ਵੇਂ ਸਤਿਗੁਰਾਂ ਦੇ ਦਰਸ਼ਨ ਕਰਕੇ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਹਨ। ਕੇਤਿਕ ਜੋਧਾ ਚਾਕਰ ਰਹੈ, ਕਈ ਨੌਜਵਾਨ ਗੱਭਰੂ ਯੋਧੇ ਦਿਲ ਦਲੇਰ ਬੰਦੇ ਆ ਕੇ ਗੁਰੂ ਦੀ ਫੌਜ 'ਚ ਭਰਤੀ ਹੁੰਦੇ ਨੇ। ਜੇ ਹਥਿਆਰਨ ਵਿਦਿਆ ਲਹੈ, ਜਿਹੜੇ ਸ਼ਸਤਰ ਵਿਦਿਆ ਦੇ ਸ਼ੌਕੀਨ ਨੇ, ਜਿਨ੍ਹਾਂ ਨੂੰ ਘੋੜ ਸਵਾਰੀ ਦਾ ਤੇ ਸ਼ਸਤਰ ਚਲਾਉਣ ਦਾ ਸ਼ੌਂਕ ਹੈ, ਉਹ ਮਹਾਰਾਜ ਦੀ ਫੌਜ 'ਚ ਭਰਤੀ ਹੁੰਦੇ ਹਨ। ਕਿਤਿਕ ਤੁਰੰਗ ਸਿੱਖ ਅਰਪੰਤੇ, ਕਈ ਸਿੱਖ ਮਹਾਰਾਜ ਨੂੰ ਘੋੜੇ ਅਰਪਣ ਕਰਦੇ। ਜਿਨ੍ਹਾਂ ਨੂੰ ਗੁਰੂ ਨੇ ਮਾਇਆ ਦਿੱਤੀ ਹੈ ਉਹ ਮਹਾਰਾਜ ਦੀ ਫੌਜ ਵਾਸਤੇ ਘੋੜੇ ਖਰੀਦ ਕੇ ਲਿਆਉਂਦੇ। ਸਾਧ ਸੰਗਤ ਜੀ, ਇਹ ਗੁਰੂ ਨਾਨਕ ਦੇਵ ਜੀ ਦਾ ਪੰਥ ਹੈ। ਇਹਦੇ ਵਿੱਚ ਹਰ ਕਿਸਮ ਦੇ ਬੰਦੇ ਚਾਹੀਦੇ ਆ। ਠੰਡੇ ਵੀ ਚਾਹੀਦੇ, ਤੱਤੇ ਵੀ ਚਾਹੀਦੇ। ਜਿਹੜੇ ਤਾਂ ਸੂਰਬੀਰ ਦਿਲ ਦਲੇਰ ਨੌਜਵਾਨ ਹਨ ਉਹ ਤਾਂ ਫੌਜ 'ਚ ਭਰਤੀ ਹੋ ਜਾਂਦੇ। ਜਿਹੜੇ ਸ਼ਾਹੂਕਾਰ ਕਿਸਮ ਦੇ ਮਾਇਆਧਾਰੀ ਬੰਦੇ ਆ ਉਹ ਫੌਜ 'ਤੇ ਨਹੀਂ ਭਰਤੀ ਹੁੰਦੇ, ਪਰ ਫੌਜ ਵਾਸਤੇ ਘੋੜੇ ਅਤੇ ਸ਼ਸਤਰ ਖਰੀਦ ਕੇ ਲੈ ਆਉਂਦੇ। ਕੋਈ ਪੈਸੇ ਨਾਲ ਮਦਦ ਕਰਦਾ ਹੈ, ਕੋਈ ਸ਼ਸਤਰਾਂ ਨਾਲ ਕਰਦਾ ਹੈ। ਸਾਰੇ ਸਿੱਖ ਆਪ ਗੁਰੂ ਦੀ ਖੁਸ਼ੀ ਲੈਂਦੇ ਹਨ, ਸੇਵਾ ਲੈਂਦੇ ਹਨ। ਕੇਤਿਕ ਲੇਤ ਮੋਲ ਖਰਚੰਤੇ, ਕਈ ਮਹਾਰਾਜ ਸਾਹਿਬ ਜੀ ਵਾਸਤੇ ਮੁੱਲ ਘੋੜੇ ਖਰੀਦ ਕੇ, ਸ਼ਸਤਰ ਖਰੀਦ ਕੇ ਲਿਆਉਂਦੇ ਹਨ। ਕਿਤਿਕ ਧਨੁਖ ਲੈ ਦਰਬ ਦਿਵਾਵੈ, ਕਈ ਮਹਾਰਾਜ ਸਾਹਿਬ ਜੀ ਵਾਸਤੇ ਵਧੀਆ ਬੰਦੂਕਾਂ ਬਣਾ ਕੇ ਕਾਰੀਗਰ ਲਿਆਉਂਦੇ ਨੇ ਤੇ ਮਾਇਆ ਗੁਰੂ ਸਾਹਿਬ ਖਜ਼ਾਨੇ 'ਚੋਂ ਦੇ ਦਿੰਦੇ ਉਹਨਾਂ ਨੂੰ। ਜਾਂ ਕੋਈ ਸਿੱਖ ਚੰਗਾ ਸ਼ਾਹੂਕਾਰ ਉਹ ਕਹਿੰਦਾ ਵੀ ਇੰਨੀਆਂ ਬੰਦੂਕਾਂ ਬਣਾ ਦੇ, ਮੈਂ ਤੈਨੂੰ ਪੈਸੇ ਦੇ ਦਿਆਂਗਾ।
ਉਹ ਮਹਾਰਾਜ ਦੇ ਵਾਸਤੇ ਚੰਗੀਆਂ ਬੰਦੂਕਾਂ, ਚੰਗੀਆਂ ਤਲਵਾਰਾਂ, ਚੰਗੇ ਬਰਛੇ, ਚੰਗੀਆਂ ਢਾਲਾਂ ਬਣਵਾ ਕੇ ਲਿਆਉਂਦੇ ਹਨ। ਕੀਤਿਕ ਤਰਕਸ਼ ਢਿਗ ਬਨਵਾਵੈ। ਕੁਝ ਮਹਾਰਾਜ ਆਪਣੇ ਕੋਲ ਆਪਣੇ ਕਾਰਖਾਨੇ ਸ੍ਰੀ ਕਰਤਾਰਪੁਰ ਸਾਹਿਬ ਚੰਗੇ ਤੀਰਾਂ ਦੇ ਪੱਥੇ ਤਿਆਰ ਕਰਵਾਉਂਦੇ ਹਨ। ਖਰਤ ਤਾਰਚੇ ਲੋਹਾ ਖਰੇ। ਬੜੇ ਖਰੇ ਲੋਹੇ ਦੇ ਫੁਲਾਦ ਤੇ ਸਕੇਲੇ ਦੇ ਸ਼ਸਤਰ। ਇੱਕ ਤਾਂ ਆਮ ਲੋਹਾ ਹੁੰਦਾ ਸਾਧ ਸੰਗਤ ਜੀ ਜਿਹੜਾ ਆਪਾਂ ਦੇਖਿਆ ਮਿਲਦਾ, ਇੱਕ ਫੁਲਾਦ ਹੁੰਦਾ। ਕਈ ਮਣ ਲੋਹੇ ਵਿੱਚੋਂ ਕੁੱਟ ਕੇ ਉਹ ਕੱਢਿਆ ਜਾਵੇ ਤੇ ਪਾਈਆ ਕੁ ਨਿਕਲਦਾ। ਉਹ ਵਧੀਆ ਲੋਹੇ ਦੇ ਤੀਰ, ਵਧੀਆ ਲੋਹੇ ਦੇ ਤਤਾਰਚੇ, ਖੱਪਰੇ, ਤੀਰ ਗੁਰੂ ਜੀ ਤਿਆਰ ਕਰਵਾਉਂਦੇ ਹਨ। ਪੁਰ ਕਰਤਾਰ ਘਰਾਵਨ ਕਰੇ। ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕਾਰਖਾਨਾ ਬਣਿਆ ਹੋਇਆ ਜਿੱਥੇ ਸ਼ਸਤਰਾਂ ਦੀ ਘਾੜਤ ਘੜੀ ਜਾਂਦੀ ਹੈ। ਖਪਰੋ ਸੇਲੇ ਆਦ ਬਣਾਵੈ। ਬੜੇ ਵਧੀਆ ਸੇਲੇ, ਭਾਲੇ, ਬਲਮਾ, ਨੇਜੇ, ਖੱਪਰੇ ਸ਼ਸਤਰ ਤਿਆਰ ਹੁੰਦੇ ਨੇ। ਭਾਂਤ ਅਨੇਕਨ ਕੌਣ ਗਿਨਾਵੈ। ਭਾਈ ਸਾਹਿਬ ਜੀ ਲਿਖਦੇ ਕਈ ਪ੍ਰਕਾਰ ਦੇ ਸ਼ਸਤਰ, ਕਿੰਨੀ ਕਿਸਮ ਦੇ ਸ਼ਸਤਰ ਨੇ, ਗਿਣੇ ਨਹੀਂ ਜਾ ਸਕਦੇ। ਮਹਾਰਾਜ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਤੇ ਸ੍ਰੀ ਸਰਬਲੋ ਪ੍ਰਕਾਸ਼ ਵਿੱਚ ਸ਼ਸਤਰਾਂ ਦੇ ਨਾਮ ਆਉਂਦੇ ਆ। ਸਾਧ ਸੰਗਤ ਜੀ ਆਮ ਕਿਤੋਂ ਸੁਣਨ ਨੂੰ ਵੀ ਨਹੀਂ ਮਿਲੇ ਹੋਣੇ। ਇੰਨੇ ਕਿਸਮ ਦੇ ਸ਼ਸਤਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਤਿਆਰ ਕਰਵਾਉਂਦੇ ਹਨ। ਗੁਲਕਾਂ ਗਾਲਬ ਮਹਿ ਢਲਵਾਏ। ਔਰ ਸਿੱਕੇ ਦੀਆਂ ਗੋਲੀਆਂ ਸੰਚਿਆਂ ਵਿੱਚ ਢਾਲੀਆਂ ਜਾਂਦੀਆਂ। ਸੁਨਿਆਰਿਆਂ ਦੀ ਡਿਊਟੀ ਲੱਗੀ ਸਿੱਕਾ ਢਾਲਣ ਦੀ, ਕਿਉਂਕਿ ਇਹ ਗੋਲੀਆਂ ਬਣਾਉਣ ਦਾ ਕੰਮ ਸੁਨਿਆਰੇ ਕਰਦੇ ਹਨ। ਉਹਨਾਂ ਨੂੰ ਸਿੱਕਾ ਢਾਲਣਾ ਆਉਂਦਾ। ਸਿੱਕਾ ਢਾਲ ਕੇ ਸੰਚਿਆਂ ਦੇ ਵਿੱਚ ਉਹ ਗੋਲੀਆਂ ਤਿਆਰ ਕਰਦੇ ਹਨ। ਕਰ ਤਿਆਰ ਰੱਖੈ ਸਮੁਦਾਇ। ਔਰ ਮਹਾਰਾਜ ਦੇ ਖਜ਼ਾਨੇ ਵਿੱਚ, ਅਸਲੇ ਖਾਨੇ ਵਿੱਚ ਵਧੀਆ ਗੋਲੀਆਂ, ਤੀਰ, ਬੰਦੂਕਾਂ, ਭਾਲੇ, ਸ਼ਸਤਰ ਤਿਆਰ ਕਰਕੇ ਰੱਖੇ ਜਾ ਰਹੇ ਨੇ। ਬਹੁਤ ਬਰੂਦ ਅਨਾਵਨ ਕਰੈ। ਬਹੁਤ ਬਰੂਦ ਬਾਹਰਲੇ ਦੇਸ਼ਾਂ ਤੋਂ ਮਹਾਰਾਜ ਮੰਗਵਾਉਂਦੇ ਨੇ, ਜਿਸ ਬਰੂਦ ਦੇ ਨਾਲ ਚੰਗੀਆਂ ਗੋਲੀਆਂ, ਚੰਗੇ ਸ਼ਸਤਰ ਤਿਆਰ ਹੁੰਦੇ ਨੇ ਜੰਗੀ। ਆਛੀ ਰੀਤ ਸੰਭਾਰਤ ਧਰੈ। ਔਰ ਉਹਨਾਂ ਗੋਲੀਆਂ ਨੂੰ, ਬੰਦੂਕ ਦੀਆਂ, ਬਰੂਦ ਦੀਆਂ ਪੇਟੀਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਦੇ ਆ, ਕਿਉਂਕਿ ਬਰੂਦ ਨੂੰ ਮਾੜਾ ਜਿਹਾ ਸਲਾਬਾ ਹੋ ਜਾਏ, ਬਰੂਦ ਖਰਾਬ ਹੋ ਜਾਂਦਾ। ਉਹਨੂੰ ਫਿਰ ਸੰਭਾਲ ਕੇ ਰੱਖਣਾ ਪੈਂਦਾ ਵੀ ਹਵਾ ਵੀ ਨਾ ਲੱਗੇ, ਸਲਾਬਾ ਨਾ ਹੋਵੇ, ਮੀਂਹ ਕਣੀ ਤੋਂ ਬਚਾਉਣਾ, ਪਾਣੀ ਤੋਂ ਬਚਾਉਣਾ। ਉਹਨੂੰ ਫਿਰ ਸੰਭਾਲ ਕੇ ਰੱਖਦੇ ਆ ਬਰੂਦ ਨੂੰ। ਨਮਸਕਾਰਨੀ ਬਿਕਬੇ ਆਵੈ। ਤੇ ਸਾਧ ਸੰਗਤ ਜੀ ਨਮਸਕਾਰਨੀ ਕਹਿੰਦੇ ਨੇ ਬੰਦੂਕਾਂ ਨੂੰ। ਖਾਲਸੇ ਦੀ ਬੋਲੀ 'ਚ ਇਹਨੂੰ ਨਮਸਕਾਰਨੀ ਵੀ ਕਹਿੰਦੇ ਨੇ, ਰਾਮ ਜੰਗਾ ਵੀ ਕਹਿੰਦੇ ਨੇ, ਤੁਪਕ ਵੀ ਕਹਿੰਦੇ ਨੇ। ਨਮਸਕਾਰਨੀ ਇਸ ਕਰਕੇ ਕਹਿੰਦੇ ਆ ਵੀ ਜਦੋਂ ਵੀ ਸਿੰਘ ਸ਼ਸਤਰ ਬੰਦੂਕ ਨੂੰ ਚੁੱਕਦੇ ਆ ਉਹਨੂੰ ਨਮਸਕਾਰ ਕਰਦੇ ਆ। ਦੂਸਰਾ ਜਿਹਦੀ ਛਾਤੀ 'ਚ ਗੋਲੀ ਮਾਰਨੀ ਆ ਉਹ ਵੀ ਨਮਸਕਾਰ ਕਰਦਾ, ਅੱਗੇ ਨੂੰ ਡਿੱਗਦਾ। ਫਿਰ ਕਹਿੰਦੇ ਇਹਨੂੰ ਨਮਸਕਾਰਨੀਆਂ ਬੰਦੂਕਾਂ ਵਿਕਣ ਆਉਂਦੀਆਂ ਨੇ। ਲੇਤ ਮੋਲ ਕੋ ਦਰਬ ਦਿਵਾਵੈ। ਮਹਾਰਾਜ ਉਹਨਾਂ ਕਾਰੀਗਰਾਂ ਨੂੰ ਜਿਹੜੇ ਬੰਦੂਕਾਂ ਬਣਾ ਕੇ ਲਿਆਉਂਦੇ ਨੇ, ਜਿਹੜੇ ਵਧੀਆ ਕਿਸਮ ਦੀਆਂ ਬੰਦੂਕਾਂ ਬਣਾ ਕੇ ਲਿਆਉਂਦੇ ਨੇ, ਉਹਨਾਂ ਨੂੰ ਮਹਾਰਾਜ ਖੁੱਲ੍ਹੀ ਮਾਇਆ ਦਿੰਦੇ ਨੇ। ਕਾਰੀਗਰਾਂ ਨੂੰ ਸਾਧ ਸੰਗਤ ਜੀ ਮਾਇਆ ਦੇਣੀ ਹੋਵੇ ਨਾ, ਹੱਥ ਘੁੱਟ ਕੇ ਨਹੀਂ ਦਈਦੀ। ਇਹ ਵੀ ਗੱਲ ਜਿਹੜੀ ਹੈ ਮਹਾਂਪੁਰਸ਼ਾਂ ਤੋਂ ਸਿੱਖਣ ਵਾਲੀ ਹੈ। ਤੇ ਜੇ ਆਪਾਂ ਕਾਰੀਗਰਾਂ ਦੇ ਨਾਲ ਇੱਦਾਂ ਕਰੀਏ ਵੀ 500 ਦੀ ਚੀਜ਼ ਆ 450 ਲੈ ਲੈ ਭਾਈ, 400 ਲੈ ਲਾ, ਉਹ ਕਹਿੰਦਾ ਚੰਗਾ ਫਿਰ ਅੱਗੇ ਵਾਰੀ ਉੱਦਾਂ ਦੀ ਬਣਾ ਕੇ ਲਿਆ ਦਿਆਂਗਾ। ਜੇ ਕਾਰੀਗਰ ਨੂੰ 500 ਦੀ ਚੀਜ਼ ਆ 700 ਦਈਏ, ਅਗਲੇ ਵਾਰੀ ਉਦੋਂ ਵਧੀਆ ਚੀਜ਼ ਬਣਾ ਕੇ ਲਿਆਉਂਦਾ। ਗੁਰੂ ਸਾਹਿਬ ਮਾਇਆ ਖੁੱਲ੍ਹੇ ਹੱਥੀਂ ਦਿੰਦੇ। ਜੇ ਦੇਖਦੇ ਆ ਵੀ ਕੋਈ ਬੰਦੂਕ ਲੈ ਕੇ ਆਇਆ, ਚੀਜ਼ ਉਹਨੇ 100 ਰੁਪਏ ਦੀ, ਮਹਾਰਾਜ 125, 150 ਦੇ ਦਿੰਦੇ, ਤਾਂ ਕਿ ਅਗਲਾ ਹੋਰ ਚੰਗੀ ਚੀਜ਼ ਬਣਾਵੇ। ਸ਼ਸਤਰ ਮਾੜਾ ਨਹੀਂ ਚਾਹੀਦਾ। ਹੋਰ ਚੀਜ਼ਾਂ ਮਾੜੀਆਂ ਚੱਲ ਜਾਂਦੀਆਂ, ਸ਼ਸਤਰ ਮਾੜਾ ਜੰਗ 'ਚ ਧੋਖਾ ਦੇ ਜਾਂਦਾ ਮੌਕੇ 'ਤੇ, ਫਿਰ ਕੀ ਕਰਿਆ? ਜਾਨ ਹੀ ਚਲੀ ਜਾਂਦੀ। ਜਾਨ ਤੋਂ ਵੱਧ ਕੇ ਕੋਈ ਪਿਆਰੀ ਚੀਜ਼ ਨਹੀਂ ਹੁੰਦੀ, ਜਾਨ ਤੋਂ ਵੱਧ ਕੇ ਕੋਈ ਕੀਮਤੀ ਚੀਜ਼ ਨਹੀਂ ਹੁੰਦੀ। ਅਤੇ ਜਿਹਦਾ ਸ਼ਸਤਰ ਮਾੜਾ ਉਹਦੀ ਜਾਨ ਖਤਰੇ 'ਚ ਹੈ। ਗੁਰੂ ਸਾਹਿਬ ਆਪਣੇ ਸਿੱਖਾਂ ਲਈ ਸ਼ਸਤਰ ਖਰੀਦਦੇ ਆ, ਮਾਇਆ ਦਾ ਸਰਫਾ ਨਹੀਂ ਕਰਦੇ। 100 ਦੀ ਚੀਜ਼ 125 'ਚ ਲੈਂਦੇ, ਤਾਂ ਕਿ ਕਾਰੀਗਰ ਅੱਗੇ ਨੂੰ ਹੋਰ ਵਧੀਆ ਚੀਜ਼ ਬਣਾ ਕੇ ਰੀਝ ਨਾਲ ਲਿਆਵੇ। ਅਤੇ ਜੇ ਕਾਰੀਗਰ ਨੂੰ ਆਪਾਂ ਸੌਦੇਬਾਜ਼ੀਆਂ ਕਰਨ ਲੱਗ ਜਾਈਏ, ਹੈ ਭਾਈ ਆਹ 100 ਦੀ
ਨਹੀਂ ਬਈ 80 ਲੈ ਲੈ। ਉਹ ਕਹਿੰਦਾ ਚੰਗਾ ਸਰਦਾਰ ਜੀ, ਅਗਲੇ ਵਾਰੀ 80 ਦੀ 70 ਦੀ ਬਣਾ ਦਿਆਂਗੇ। ਫਿਰ ਉੱਦਾਂ ਦਾ ਹੀ ਸੌਦਾ ਮਿਲਣਾ। ਮਹਾਰਾਜ ਸਾਹਿਬ ਜੀ ਕਦਰਦਾਨ ਹਨ ਤੇ ਸ਼ਸਤਰਾਂ ਦਾ ਕਹਿੰਦੇ ਮੁੱਲ ਦੁੱਗਣਾ ਕਰਕੇ ਦਿੰਦੇ ਹਨ। ਬੀਰਨ ਕੋ ਬਖਸ਼ਤ ਪਰਖੰਤੇ। ਤੇ ਜਿਹੜੇ ਨੌਜਵਾਨ ਫੌਜੀ ਨੇ ਮਹਾਰਾਜ ਦੀ ਫੌਜ ਦੇ, ਉਹਨਾਂ ਨੂੰ ਮਹਾਰਾਜ ਵੇਖ ਕੇ ਉਹਨਾਂ ਦੇ ਮੁਤਾਬਕ ਸ਼ਸਤਰ ਦਿੰਦੇ ਆ। ਜਿਹੜਾ ਵਧੀਆ ਗੋਲੀ ਚਲਾਉਂਦਾ, ਨਿਸ਼ਾਨਾ ਲਾਉਂਦਾ, ਉਹਨੂੰ ਚੰਗੀ ਬੰਦੂਕ ਦਿੰਦੇ ਆ। ਜਿਹੜਾ ਤੀਰ ਅੰਦਾਜ਼ੀ ਵਿੱਚ ਨੰਬਰ 1 ਤੇ ਆਉਂਦਾ, ਉਹਨੂੰ ਚੰਗਾ ਤੀਰ ਕਮਾਨ ਦਿੰਦੇ ਆ। ਜਿਹੜਾ ਘੋੜੇ ਦੇ ਚੜ੍ਹ ਕੇ ਨੇਜ਼ਾਬਾਜੀ ਵਧੀਆ ਕਰੇ, ਉਹਨੂੰ ਚੰਗਾ ਨੇਜਾ ਤੇ ਚੰਗਾ ਘੋੜਾ ਦਿੰਦੇ ਆ। ਜਿਹੜਾ ਢਾਲ ਤਲਵਾਰ ਵਿੱਚ ਚੰਗੇ ਹੱਥ ਕਰੇ, ਉਹਨੂੰ ਚੰਗੀ ਢਾਲ ਤੇ ਚੰਗੀ ਤਲਵਾਰ ਦਿੰਦੇ ਸਤਿਗੁਰੂ। ਹਤ ਹੈ ਨਿਸ਼ਾਨੋ ਨਹੀਂ ਚੁਕੰਤੇ। ਮਹਾਰਾਜ ਦੇ ਸਿੱਖ ਸਾਧ ਸੰਗਤ ਜੀ ਜਦੋਂ ਨਿਸ਼ਾਨਾ ਲਾਉਂਦੇ ਆ, ਬੰਦੂਕ ਨਾਲ ਨਿਸ਼ਾਨਾ ਚੁੱਕਦਾ ਹੀ ਨਹੀਂ। ਕਿਉਂ? ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੇਗਾ, ਵਾਹਿਗੁਰੂ ਦਾ ਨਾਮ ਜਪੇਗਾ, ਉਹਦਾ ਧਿਆਨ ਜੁੜੇਗਾ। ਜਦੋਂ ਧਿਆਨ ਜੁੜੇਗਾ, ਜਿੱਥੇ ਨਿਸ਼ਾਨਾ ਲਾਏਗਾ ਉੱਥੇ ਲੱਗੇਗਾ। ਤੇ ਗੁਰੂ ਕੇ ਸਿੱਖਾਂ ਦੇ ਨਿਸ਼ਾਨੇ ਨਹੀਂ ਚੁੱਕਦੇ। ਇਹੋ ਜਿਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਦਿਨ ਪ੍ਰਤ ਸ਼ਸਤਰਨ ਕੋ ਅਭਿਆਸ। ਹਰ ਰੋਜ਼ ਐਵਰੀ ਡੇ ਸ਼ਸਤਰਾਂ ਦਾ ਅਭਿਆਸ। ਕੋਈ ਦਿਨ ਨਹੀਂ ਜਿਸ ਦਿਨ ਮਹਾਰਾਜ ਸ਼ਸਤਰ ਵਿਦਿਆ ਦਾ ਖੜਾ ਨਹੀਂ ਲਾਉਂਦੇ। ਰੋਜ਼ ਗਤਕਾ, ਰੋਜ਼ ਨੇਜ਼ਾਬਾਜੀ, ਰੋਜ਼ ਘੋੜ ਦੌੜ, ਰੋਜ਼ ਸ਼ਿਕਾਰ ਖੇਡਣਾ, ਰੋਜ਼ ਬੰਦੂਕ ਨਾਲ ਚਾਂਦਮਾਰੀ ਕਰਨੀ, ਰੋਜ਼ ਤੀਰ ਅੰਦਾਜ਼ੀ ਕਰਨੀ। ਇਹ ਗੁਰੂ ਸਾਹਿਬ ਦਾ ਨਿਤਨੇਮ ਹੈ। ਜਿਵੇਂ ਬਾਣੀ ਦਾ ਨਿਤਨੇਮ ਕਰਦੇ ਨਾ, ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਆਸਾ ਦੀ ਵਾਰ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਇੱਦਾਂ ਸ਼ਸਤਰਾਂ ਦਾ ਅਭਿਆਸ ਵੀ ਮਹਾਰਾਜ ਸਾਹਿਬ ਜੀ ਕਰਵਾਉਂਦੇ ਸਿੱਖਾਂ ਕੋਲੋਂ। ਹੋਤ ਅਧਿਕ ਸਤਿਗੁਰੂ ਬਿਲਾਸ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕੌਤਕਾਂ ਵਿੱਚ ਇਹ ਬਹੁਤ ਵੱਡੀ ਇੱਕ ਚੀਜ਼ ਐਡ ਹੋ ਚੁੱਕੀ ਹੈ। ਉਹਨਾਂ ਦਾ ਨਿਤਨੇਮ ਬਾਣੀ ਦਾ ਵੀ ਉਵੇਂ ਹੀ ਚੱਲਦਾ। ਇਹ ਨਹੀਂ ਵੀ ਬਾਣੀ ਘੱਟ ਕਰਤੀ ਹੈ। ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਨਾਮ ਜਪਣਾ, ਸੇਵਾ ਸਿਮਰਨ, ਉਹ ਵੀ ਚੱਲਦਾ। ਲੰਗਰ ਦੀ ਮਰਿਆਦਾ ਵੀ ਚੱਲਦੀ। ਪਰ ਜਿਹੜੀ ਸ਼ਸਤਰ ਵਿਦਿਆ ਦੀ ਹੈ, ਉਹਦੇ ਵਿੱਚ ਵੀ ਫਿਰ ਪੂਰਾ ਟਾਈਮ ਦਿੰਦੇ ਮਹਾਰਾਜ ਜੀ। ਮਾਰ ਬਕਾਰਾ ਸਿੱਖ ਕਰੇ ਹੈ। ਮਹਾਰਾਜ ਦੇ ਸਿੱਖ ਮਾਰਾ ਬਕਾਰਾ ਕਰਦੇ, ਹਰ ਵੇਲੇ ਤਿਆਰ ਬਰ ਤਿਆਰ, ਹਰ ਵੇਲੇ ਜੰਗੀ ਬਿਰਤੀ। ਮਹਾਰਾਜ ਦੇ ਸਿੱਖ ਜਕਾਰੇ ਕ ਜਾਂਦੇ, ਕਹਿੰਦੇ ਆ ਲਾਹੌਰ ਲੁੱਟ ਲੈਣਾ ਆਪਾਂ, ਆ ਥੋੜ੍ਹੇ ਦਿਨਾਂ ਨੂੰ ਆਪਾਂ ਦਿੱਲੀ ਪੁੱਟ ਦੇਣੀ ਹੈ। ਕਹਿੰਦੇ ਅਸੀਂ ਸ਼ਾਹਜਹਾਨ ਨੂੰ ਨੱਥ ਪਾ ਕੇ ਲਿਆਉਣਾ। ਕਹਿੰਦੇ ਇੱਦਾਂ ਦੇ ਬਚਨ ਜਦੋਂ ਕਰਦੇ ਆ ਨਾ, ਉਹਨਾਂ ਦੇ ਹੌਸਲੇ ਵੱਧ ਜਾਂਦੇ ਆ। ਹਾਂਜੀ, ਹਤ ਹੋ ਤੁਰਕ ਲਵਪੁਰੀ ਲੁਟੈ ਹੈ। ਹਾਂ, ਕਹਿੰਦੇ ਤੁਰਕਾਂ ਨੂੰ ਮਾਰ ਕੇ ਭਜਾ ਦਿਆਂਗੇ ਤੇ ਲਾਹੌਰ ਲੁੱਟਾਂਗੇ। ਹੁਣ ਆਪਾਂ ਥੋੜ੍ਹੇ ਦਿਨਾਂ ਨੂੰ ਵੇਖਿਆ ਜੇ ਆਪਾਂ ਲਾਹੌਰ ਲੁੱਟਾਂਗੇ। ਹਾਂਜੀ, ਲੇਹੋ ਮਲੇਛਨ ਤੇ ਅਬਰਾਜ। ਹਾਂ, ਆਪਸ ਵਿੱਚ ਸਿੰਘ ਬਹਿ ਕੇ ਦਮਾਲੇ ਸਜਾਉਂਦੇ ਜਦੋਂ ਤੇ ਬਚਨ ਕਰਦੇ, ਆ ਮਲੇਸ਼ਾਂ ਕੋਲੋਂ ਰਾਜ ਖੋਹ ਲੈਣਾ ਹੁਣ ਆਪਾਂ। ਮਹਾ ਦੁਸ਼ਟ ਇਨ ਵਧਿਓ ਸਮਾਜ। ਕਹਿੰਦੇ ਨਾ ਦੁਸ਼ਟਾਂ ਦਾ ਬੜਾ ਰਾਜ ਵਧਿਆ ਹੋਇਆ, ਬੜੇ ਆਕੜੇ ਹੋਏ ਨੇ, ਬੜੇ ਭੂਤਰੇ ਹੋਏ ਨੇ। ਇਹਨਾਂ ਦਾ ਅਸੀਂ ਭੂਤ ਕੱਢ ਦੇਣੇ ਹੁਣ ਸਾਰੇ। ਹਾਂਜੀ, ਕਰੋ ਗੁਰੂ ਆਇਸ ਐਸੇ। ਤੇ ਸਿੰਘ ਬਸਤਾਨੇ ਵੀਰ ਰਸ ਵਿੱਚ ਆਏ ਹੋਏ ਮਹਾਰਾਜ ਨੂੰ ਕਹਿੰਦੇ, ਮਹਾਰਾਜ ਹੁਣ ਆਗਿਆ ਦੇ ਦਿਓ, ਸਾਨੂੰ ਹੁਕਮ ਦਿਓ, ਹੁਣੇ ਹੀ ਫਤਿਹ ਕਰ ਦਈਏ। ਲਾਹੌਰ ਕਿਹੜੀ ਚੀਜ਼ ਹੈ? ਕਹਿੰਦੇ ਲਾਹੌਰ ਦਾ ਕਿਲ੍ਹਾ ਲੁੱਟ ਲੈਣਾ ਆਪਾਂ, ਆ ਦਿੱਲੀ ਪੁੱਟ ਦੇਣੀ ਆ ਆਪਾਂ। ਇਉਂ ਬਚਨ ਕਰਦੇ ਹਨ। ਪਰ ਹੈ ਜੰਗ ਹਤ ਸ਼ੰਤਰੂ ਜੈਸੇ। ਮਹਾਰਾਜ ਬਸ ਸਾਨੂੰ ਆਗਿਆ ਦਿਓ, ਜੰਗ ਕਰੀਏ, ਇਹਨਾਂ ਵੈਰੀਆਂ ਨੂੰ ਫਤਿਹ ਕਰੀਏ। ਦੋਹਰਾ ਸਤਿਗੁਰ ਕਰਹਿ ਅਖੇਰ ਨਿਤ। ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਰੋਜ਼ ਸ਼ਿਕਾਰ ਨੂੰ ਜਾਂਦੇ ਆ, ਰੋਜ਼ ਸ਼ਿਕਾਰ ਖੇਡਦੇ ਹਨ। ਚੜ੍ਹੈ ਸੁਭਟ ਸਮੁਦਾਏ। ਤੇ ਸਾਰੀ ਫੌਜ ਸ਼ਿਕਾਰ ਨੂੰ ਨਾਲ ਜਾਂਦੀ, ਸਾਰੇ ਜੰਗਲ ਵਿੱਚ ਜਾ ਕੇ ਸ਼ਿਕਾਰ ਖੇਡਦੇ ਹਨ। ਹਥਿਆਰਨ ਵਿਦਿਆ ਕਰਹਿ। ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਤੀਰ ਅੰਦਾਜ਼ੀ, ਤੀਰਾਂ ਦੇ ਨਾਲ ਸ਼ਿਕਾਰ ਖੇਡਣਾ, ਗੋਲੀ ਨਾਲ ਨਹੀਂ ਸ਼ਿਕਾਰ ਖੇਡਣਾ, ਤਲਵਾਰ ਦੇ ਨਾਲ, ਬਰਛੇ ਦੇ ਨਾਲ। ਇਹ ਅਭਿਆਸ ਬਹੁਤ ਜ਼ਿਆਦਾ ਕਰਦੇ ਹਨ। ਜੀਵ ਅਨੇਕ ਬਨ ਕਹਾਏ। ਜੰਗਲ ਦੇ ਬਹੁਤ ਸਾਰੇ ਜੰਗਲੀ ਸੂਰ, ਹਿਰਨ, 12 ਸਿੰਘੇ, ਬਹੁਤ ਪ੍ਰਕਾਰ ਦੇ ਖਰਗੋਸ਼ ਵਗੈਰਾ ਜੀਵਾਂ ਦਾ ਸ਼ਿਕਾਰ ਕਰਦੇ ਹਨ। ਚੌਪਈ ਦੁਸ਼ਟ ਜੀਵ ਬਨ ਕੇ ਬਹੁ ਮਾਰੇ। ਜਿਹੜੇ ਜੰਗਲ ਦੇ ਦੁਸ਼ਟ ਜੀਵ ਹਨ, ਜਿਵੇਂ ਚੀਤੇ, ਸ਼ੇਰ, ਬਘਿਆੜ, ਪਾੜੇ, ਰਿੱਛ, ਜਿਹੜੇ ਲੋਕਾਂ ਦਾ ਨੁਕਸਾਨ ਕਰਦੇ, ਉਹਨਾਂ ਨੂੰ ਵੀ ਮਹਾਰਾਜ ਸ਼ਿਕਾਰ 'ਚ ਮਾਰਦੇ ਹਨ। ਗੋ ਮਹਿ ਖਨ ਕੋ ਤਰਾਸ ਨਿਵਾਰੇ। ਕਿਉਂਕਿ ਉਹਨਾਂ ਦਿਨਾਂ ਵਿੱਚ ਦੁਆਬੇ ਦੇ ਇਲਾਕੇ ਵਿੱਚ ਬੜੇ ਸ਼ੇਰ, ਚੀਤੇ, ਬਘਿਆੜ ਪੈਂਦੇ ਸਨ।
ਲੋਕਾਂ ਦੇ ਪਿੰਡਾਂ ਜਾ ਕੇ ਗਊਆਂ ਮੱਝਾਂ ਦਾ ਮਾਲ ਡੰਗਰ ਦਾ ਨੁਕਸਾਨ ਕਰ ਜਾਂਦੇ ਸਨ। ਮਹਾਰਾਜ ਉਹਨਾਂ ਜੰਗਲੀ ਜਾਨਵਰਾਂ ਦਾ ਵੀ ਸ਼ਿਕਾਰ ਕਰਦੇ ਨੇ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਆਰਾਮ ਹੋ ਜਾਵੇ, ਉਹਨਾਂ ਦੀ ਤਕਲੀਫ ਜਿਹੜੀ ਆ ਉਹ ਦੂਰ ਹੋ ਸਕੇ। ਨਿਰਭੈ ਹੋਏ ਨਰ ਤ੍ਰਿਣ ਨ ਚੁਗਾਵੈ। ਹੁਣ ਲੋਕ ਅੱਗੇ ਜਿਹੜੇ ਡਰਦੇ ਮਾਰੇ ਆਪਣੇ ਮਾਲ ਡੰਗਰ ਨੂੰ ਖੇਤਾਂ 'ਚ ਬਾਹਰ ਨਹੀਂ ਸੀ ਲੈ ਕੇ ਜਾਂਦੇ, ਕਿਉਂਕਿ ਬਾਹਰ ਕੋਈ ਸ਼ੇਰ ਆ ਜਾਂਦਾ ਸੀ, ਕੋਈ ਬਘਿਆੜ, ਕੋਈ ਚੀਤਾ, ਉਹ ਆ ਕੇ ਲੋਕਾਂ ਦੇ ਮਾਲ ਡੰਗਰ ਨੁਕਸਾਨ ਕਰ ਦਿੰਦੇ ਸੀ। ਹੁਣ ਮਹਾਰਾਜ ਛੇਵੇਂ ਪਾਤਸ਼ਾਹ ਦੇ ਆਉਣ ਕਰਕੇ ਜਲੰਧਰ ਦੇ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨਿਰਭੈ ਹੋ ਕੇ ਆਪਣਾ ਮਾਲ ਡੰਗਰ ਚਾਰਦੇ ਹਨ। ਜਾਹੇ ਪ੍ਰਾਤ ਬਨ ਸੰਧਿਆ ਲਿਆਵੈ। ਮਹਾਰਾਜ ਸਾਹਿਬ ਜੀ ਦੇ ਰਾਜ ਵਿੱਚ ਇੰਨਾ ਸੁੱਖ ਹੋ ਗਿਆ ਵੀ ਲੋਕ ਸਵੇਰੇ ਜਾਂਦੇ ਡੰਗਰ ਲੈ ਕੇ, ਸ਼ਾਮ ਤਾਈਂ ਖੇਤਾਂ 'ਚ ਚਰਾ ਕੇ ਬਾਹਰ ਜੰਗਲ 'ਚ, ਸ਼ਾਮ ਨੂੰ ਮਾਲ ਡੰਗਰ ਘਰ ਲੈ ਕੇ ਆਉਂਦੇ ਨੇ। ਚੋਰ ਜਾਰ ਕੋ ਤਰਾਸ ਉਪੰਨਾ। ਤੇ ਚੋਰਾਂ ਜਾਰਾਂ ਨੂੰ ਵੀ ਹੁਣ ਡਰ ਹੋ ਗਿਆ, ਚੋਰਾਂ ਨੂੰ, ਜਾਰਾਂ ਨੂੰ, ਠੱਗਾਂ ਨੂੰ, ਡਾਕੂਆਂ ਨੂੰ ਡਰ ਹੋ ਗਿਆ, ਜੇ ਅਸੀਂ ਕਿਸੇ ਗਰੀਬ ਨੂੰ ਤੰਗ ਕਰਾਂਗੇ ਤੇ ਗੁਰੂ ਸਾਹਿਬ ਸਾਨੂੰ ਸਜ਼ਾ ਦੇਣਗੇ। ਇਸ ਕਰਕੇ ਚੋਰ, ਡਾਕੂ ਤੇ ਭੈੜੇ ਬੰਦੇ ਜਲੰਧਰ ਦਾ ਇਲਾਕਾ ਛੱਡ ਕੇ ਦੂਰ ਚਲੇ ਗਏ ਨੇ। ਪੁਰ ਨਰ ਉਚਰਹਿ ਗੁਰ ਧਨ ਧੰਨਾ। ਸ੍ਰੀ ਕਰਤਾਰਪੁਰ ਸਾਹਿਬ, ਜਲੰਧਰ ਆਲੇ ਦੁਆਲੇ ਦੇ ਲੋਕ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਜਾਪ ਕਰਦੇ ਨੇ। ਥਾਂ ਥਾਂ ਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ। ਸਤਿਜੁਗ ਭਾਗੁਰ ਰਾਜ ਮਝਾਰਾ। ਸਾਧ ਸੰਗਤ ਜੀ, ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੇ ਰਾਜ ਵਿੱਚ ਸਤਿਜੁਗ ਆ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਸੀ ਨਾ, ਕਾਜੀ ਰੁਕਨਦੀਨ ਨੂੰ ਮਹਾਰਾਜ ਨੇ ਕਿਹਾ ਸੀ, ਕਲਯੁਗ ਮੈਂ ਸਤਿਜੁਗ ਵਰਤਾਉਂ। ਕਲਯੁਗ ਚੱਲ ਰਿਹਾ, ਮੈਂ ਕਲਯੁਗ ਵਿੱਚ ਸਤਿਜੁਗ ਵਰਤਾ ਦਿਆਂਗਾ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਸੀ। ਛੇਵੇਂ ਜਾਮੇ 'ਚ ਵਰਤਾਤਾ ਸਤਿਜੁਗ। ਕੋਈ ਚੋਰ, ਕੋਈ ਡਾਕੂ, ਕੋਈ ਮਾੜਾ ਬੰਦਾ, ਕੋਈ ਬੁਰਾਈ ਕਰ ਨਹੀਂ ਸਕਦਾ। ਪਤਾ ਵੀ ਛੇਵੇਂ ਪਾਤਸ਼ਾਹ ਨੇ ਕੰਨ ਖਿੱਚ ਦੇਣੇ ਆ, ਤੇ ਇਸ ਕਰਕੇ ਸਾਰੇ ਪਾਸੇ ਸ਼ਾਂਤੀ, ਅਮਨ ਦਾ ਰਾਜ ਹੋ ਗਿਆ। ਤਜੀ ਖਟਾਈ ਨਰ ਡਰ ਧਾਰਾ। ਬੁਰੇ ਬੰਦੇ ਡਰ ਗਏ ਤੇ ਬੁਰੇ ਕੰਮ ਕਰਨੇ ਛੱਡ ਦਿੱਤੇ। ਸਕਲ ਦੇਸ਼ ਦੁਆਬੇ ਮਹਿ ਕੀਰਤ। ਸਾਰੇ ਦੁਆਬੇ, ਜਲੰਧਰ, ਹੁਸ਼ਿਆਰਪੁਰ ਤੱਕ, ਕਪੂਰਥਲਾ, ਸਾਰੇ ਇਲਾਕੇ ਪਿੰਡਾਂ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਨਾਮ ਬੋਲਦਾ। ਹਾਂਜੀ। ਪੁਰ ਗ੍ਰਾਮਨ ਮਹਿ ਭੀ ਬਿਸਤੀਰਤ। ਪਿੰਡਾਂ, ਸ਼ਹਿਰਾਂ, ਨਗਰਾਂ ਵਿੱਚ, ਦੁਆਬੇ 'ਚ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੀ ਮਹਿਮਾ ਹੋ ਰਹੀ ਹੈ। ਸੁਭਾਟ ਬ੍ਰਿੰਦ ਸਤਿਗੁਰ ਟਿਕ ਗਏ। ਤੇ ਜਿਹੜੇ ਨੌਜਵਾਨ ਗੱਭਰੂ ਫੌਜ 'ਚ ਭਰਤੀ ਹੋਣ ਦੇ ਸ਼ੌਕੀਨ, ਅੱਗੇ ਸਰਕਾਰੀ ਫੌਜ 'ਚ ਭਰਤੀ ਹੁੰਦੇ ਸੀ, ਮੁਗਲਾਂ ਦੀ ਫੌਜ 'ਚ, ਉਹ ਕਹਿੰਦੇ ਹੁਣ ਨਹੀਂ ਹੋਣ ਦੀ ਲੋੜ, ਹੁਣ ਤੇ ਮਹਾਰਾਜ ਦੇ ਕੋਲ ਭਰਤੀ ਹੋਵਾਂਗੇ, ਛੇਵੇਂ ਪਾਤਸ਼ਾਹ ਕੋਲ। ਉਹ ਗੱਭਰੂ 16-16 ਸਾਲ ਦੇ, 18-18 ਸਾਲ ਦੇ, ਉਹ ਗੁਰੂ ਦੀ ਫੌਜ 'ਚ ਭਰਤੀ ਹੁੰਦੇ ਹਨ। ਸ਼ਾਸਤਰਨ ਵਿਦਿਆ ਮਹਿ ਨਿਪੁੰਨੇ। ਜਿਹੜੇ ਸ਼ਾਸਤਰ ਵਿਦਿਆ ਸਿੱਖਣੀ ਚਾਹੁੰਦੇ ਆ, ਜਾਂ ਥੋੜ੍ਹੀ ਬਾਲੀ ਸਿੱਖੀ ਹੁੰਦੇ, ਜਾਂ ਸ਼ੌਂਕ ਹੁੰਦਾ। ਸਾਧ ਸੰਗਤ ਜੀ, ਬੱਚਿਆਂ ਦਾ ਬਚਪਨ ਤੋਂ ਹੀ ਕੁਦਰਤੀ ਜਿਹੜੇ ਬੰਦੇ ਨੇ ਜਿਹੜੇ ਪਾਸੇ ਲੱਗਣਾ ਨਾ, ਉੱਦਾਂ ਦਾ ਉਹਦਾ ਸ਼ੌਂਕ ਬਣ ਜਾਂਦਾ, ਉੱਦਾਂ ਦਾ ਮਾਹੌਲ ਬਣ ਜਾਂਦਾ। ਜਿਨ੍ਹਾਂ ਨੇ ਪੜ੍ਹ ਲਿਖ ਕੇ ਡਾਕਟਰ ਬਣਨਾ ਹੁੰਦਾ, ਉਹ ਬਚਪਨ ਤੋਂ ਹੀ ਉੱਦਾਂ ਦੀ ਗੱਲਾਂ ਕਰਦੇ, ਜਿੱਦਾਂ ਦੇ ਬਣਨਾ ਹੋਵੇ। ਜਿਨ੍ਹਾਂ ਨੇ ਸੂਰਮੇ ਬਣਨਾ ਹੋਵੇ, ਉਹ ਬਚਪਨ ਤੋਂ ਹੀ ਫੌਜੀ ਬਿਰਤੀ ਵਾਲੇ ਹੁੰਦੇ ਆ। ਉਹ ਫਿਰ ਜਿਹੜੇ ਇੱਦਾਂ ਦੇ ਬੱਚੇ, ਉਹ ਮਹਾਰਾਜ ਛੇਵੇਂ ਪਾਤਸ਼ਾਹ ਦੀ ਫੌਜ 'ਚ ਭਰਤੀ ਹੁੰਦੇ ਆ। ਇੱਕ ਦਿਨ ਸ਼੍ਰੀ ਸਤਿਗੁਰ ਭਗਵਾਨ। ਇੱਕ ਦਿਨ ਦਾ ਬਚਨ ਹੈ, ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜੀ ਲੈ ਨਿਜ ਸੰਗ ਸੋ ਪੈਂਦੇ ਖਾਨ। ਪੈਂਦੇ ਖਾਨ ਨੂੰ ਨਾਲ ਲੈ ਕੇ ਉਪਬਨ ਮਹਿ ਗਮਨੇ ਗੁਣ ਖਾਨੀ। ਬਾਗ ਵਿੱਚ ਚਲੇ ਗਏ। ਸ੍ਰੀ ਕਰਤਾਰਪੁਰ ਸਾਹਿਬ ਗੁਰੂ ਦਾ ਇੱਕ ਬਾਗ ਲਵਾਇਆ ਹੋਇਆ ਸੀ। ਉਸ ਬਾਗ ਦੇ ਵਿੱਚ ਹੀ ਮਾਤਾ ਕੌਲਾਂ ਜੀ ਦੀ ਕਬਰ ਬਣੀ ਹੋਈ ਹੈ। ਉਸ ਬਾਗ ਵਿੱਚ ਮਹਾਰਾਜ ਪੈਂਦੇ ਖਾਨ ਨੂੰ ਲੈ ਕੇ ਗਏ ਹਨ। ਦੇਖਤ ਸ਼ੋਭਾ ਬ੍ਰਿਛ ਨਮਹਾਨੀ। ਬੜੇ ਸੋਹਣੇ ਸੋਹਣੇ ਬੂਟੇ, ਕਿਤੇ ਸੇਬਾਂ ਦੇ ਬੂਟੇ, ਕਿਤੇ ਅਨਾਰ ਦੇ ਬੂਟੇ, ਕਿਤੇ ਅੰਬਾਂ ਦੇ ਬੂਟੇ, ਤੇ ਕਈ ਕਿਸਮ ਦੇ ਫਲਦਾਰ ਬੂਟੇ ਬਾਗ ਵਿੱਚ ਲੱਗੇ ਆ। ਮਹਾਰਾਜ ਆਪਣੇ ਬਾਗ ਦੀ ਸੈਰ ਕਰ ਰਹੇ ਆ। ਮਨਹੁ ਨੀਲ ਘਟ ਇਹ ਉਮਡਾਈ। ਇੱਦਾਂ ਸੋਹਣੇ ਸੋਹਣੇ ਹਰੇ ਹਰੇ
ਫਲਾਂ ਤੇ ਫੁੱਲਾਂ ਨਾਲ ਭਰੇ ਹੋਏ ਬਗੀਚੇ ਦੇ ਵਿੱਚ ਫੁੱਲ ਦਰਖਤ ਹਨ, ਬੂਟੇ ਹਨ, ਮਾਨੋ ਨੀਲੀ ਘਟਾ ਹੀ ਕਿਧਰੋਂ ਉਮੜ ਕੇ ਆ ਗਈ, ਇੰਨੀ ਛਾਂ ਹੈ ਉੱਥੇ। ਹਾਂਜੀ, ਕਹਿ ਨੀਲੀ ਮਣ ਗਿਰ ਸਮਦਾਈ। ਜੈਂਜ ਸਮਝ ਲਓ ਵੀ ਨੀਲਮਣੀਆਂ ਦਾ ਕੋਈ ਪਹਾੜ ਹੀ ਹੋਵੇ। ਕਵੀ ਜੀ ਉਪਮਾ ਵੀ ਬੜੀਆਂ ਸੋਹਣੀਆਂ ਲਿਆ ਕੇ ਦਿੰਦੇ ਆ। ਕਹਿੰਦੇ ਬਾਗ ਕਿੰਨਾ ਸੋਹਣਾ, ਉਹਦੇ ਵਿੱਚ ਇੰਨੀ ਹਰਿਆਲੀ ਹੈ, ਇੰਨਾ ਹੈ ਵੀ ਹਨੇਰਾ ਹੀ ਹੋਇਆ ਪਿਆ ਅੰਦਰ ਛਾਂ ਦੇ ਨਾਲ। ਹਾਂਜੀ, ਅਰਨ ਬਰਨ ਕੇ ਫਲ ਵਿਸਾਲਾ। ਔਰ ਲਾਲ ਦੇ ਰੰਗ ਦੇ ਸੋਹਣੇ ਫਲ ਵੀ ਲੱਗੇ ਹੋਏ ਨੇ। ਕਤਹੂੰ ਪੀਤ ਬਿਸਦ ਕੀ ਮਾਲਾ। ਕਿਤੇ ਪੀਲੇ ਫਲ ਹਨ, ਸੰਤਰੇ ਹਨ, ਕਿਤੇ ਸੇਬ ਹਨ, ਕਿਤੇ ਅਨਾਰ ਹਨ, ਕਿਤੇ ਅੰਬਾਂ ਦੇ ਬੂਟੇ ਹਨ, ਕਿਤੇ ਹੋਰ ਕੋਈ ਫਲਦਾਰ ਬੂਟੇ ਲੱਗੇ ਹਨ। ਅਨੇਕ ਰੰਗ ਕੀ ਧਾਤ ਮਨੋ ਹੈ। ਸਾਧ ਸੰਗਤ ਜੀ, ਕਿਤੇ ਪੀਲੇ ਕਿਤੇ ਲਾਲ, ਇਸ ਤਰ੍ਹਾਂ ਇਹ ਜਿਹੜੇ ਫਲ ਲੱਗੇ ਨੇ, ਇੰਜ ਲੱਗਦਾ ਜਿਵੇਂ ਕਈ ਧਾਤਾਂ ਦਾ ਮੇਲ ਹੋਇਆ ਹੋਵੇ। ਨੀਲੋ ਪਰਬਤ ਇਨ ਹੈ ਸਨੋ ਹੈ। ਇਹ ਨੀਲੇ ਪਰਬਤ ਵਰਗਾ ਇਹ ਸੋਹਣਾ ਬਾਗ ਹੈ। ਸ਼ੇਰ ਸਮਾਨ ਧਸੇ ਗੁਰ ਜਾਈ। ਮਹਾਂਬਲੀ ਮਹਾਰਾਜ ਛੇਵੇਂ ਪਾਤਸ਼ਾਹ ਬੱਬਰ ਸ਼ੇਰ ਵਰਗੇ ਹਨ। ਜਿਵੇਂ ਸ਼ੇਰ ਪਹਾੜ ਦੀ ਗੁਫਾ 'ਚ ਵੜ ਜਾਂਦਾ, ਇਉਂ ਇਸ ਸੋਹਣੇ ਬਾਗ ਵਿੱਚ ਬੱਬਰ ਸ਼ੇਰ ਛੇਵੇਂ ਪਾਤਸ਼ਾਹ ਜੀ ਜਾ ਵੜੇ ਹਨ। ਪਰੀ ਰੈਨ ਜਨ ਨੈਣ ਦਿਸਾਈ। ਸਾਧ ਸੰਗਤ ਜੀ, ਰਾਤ ਪੈ ਗਈ ਤੇ ਜਿਵੇਂ ਰਾਤ ਪਈ ਹੋਵੇ ਨਾ, ਇੰਨਾ ਉਸ ਛਾਂ ਦਾ ਹਨੇਰਾ ਹੈ ਤਾਂ ਦਿਨ ਦਾ ਟਾਈਮ, ਪਰ ਛਾਂ ਇੰਨੀ ਹੈ ਬੂਟਿਆਂ ਦੀ, ਇੰਨੀ ਸੰਘਣੀ ਛਾਂ ਹੈ ਵੀ ਜਿਵੇਂ ਰਾਤ ਪਈ ਹੋਵੇ। ਹਾਂਜੀ, ਉਡਗਨ ਪੁਸ਼ਪ ਪ੍ਰਕਾਸ਼ਿਤ ਜਹਾਂ। ਤੇ ਜਿਵੇਂ ਸਾਧ ਸੰਗਤ ਜੀ ਰਾਤ ਨੂੰ ਨਾ ਤਾਰੇ ਚਮਕਦੇ ਆ, ਇਹਨਾਂ ਦਰਖਤਾਂ ਨੂੰ ਲੱਗੇ ਹੋਏ ਫੁੱਲ ਇਉਂ ਚਮਕਦੇ ਐ। ਸਤਿਗੁਰ ਚੰਦ ਪ੍ਰਕਾਸ਼ੇ ਤਹਾਂ। ਮਹਾਰਾਜ ਚੰਦ ਦੀ ਤਰ੍ਹਾਂ ਚੜੇ ਨੇ ਵਿੱਚ ਉਹਨਾਂ ਫੁੱਲਾਂ ਦੇ ਵਿੱਚ। ਭਾਈ ਸੰਤੋਖ ਸਿੰਘ ਜੀ, ਕਿਆ ਬਾਤ ਹੈ ਜੀ, ਆਹ ਕੈਸੇ ਨਜ਼ਾਰੇ ਪੇਸ਼ ਕਰਤੇ ਹੈ। ਕਹਿੰਦੇ ਵੀ ਜਿਵੇਂ ਰਾਤ ਨੂੰ ਤਾਰੇ ਚਮਕਦੇ ਆ, ਇਉਂ ਉਸ ਬਾਗ ਦੇ ਫੁੱਲ ਚਮਕਦੇ ਆ। ਤੇ ਤਾਰਿਆਂ ਦੇ ਵਿੱਚ ਚੰਨ ਚੜ ਗਿਆ। ਛੇਵੇਂ ਪਾਤਸ਼ਾਹ ਜੀ ਆ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਹਾਂ ਨਾ ਪਹੁੰਚੇ ਰਵੀ, ਵਾਹ ਪਹੁੰਚੇ ਕਵੀ। ਜਿੱਥੇ ਸੂਰਜ ਨਹੀਂ ਨਾ ਪਹੁੰਚ ਸਕਦਾ, ਉੱਥੇ ਕਵੀ ਦੀ ਕਲਪਨਾ ਪਹੁੰਚ ਰਹੀ ਹੈ। ਥੋੜਾ ਸੂਖਮ ਧਿਆਨ ਲੈ ਕੇ ਲੈ ਚੱਲੋ ਬਿਰਤੀ ਨੂੰ। ਭਾਈ ਸਾਹਿਬ ਕਿਆ ਨਜ਼ਾਰਾ ਬਣ ਰਹੇ ਹੈ ਕਿ ਦਰਖਤਾਂ ਦੀ ਛਾਂ ਇਹੋ ਜਿਹੀ ਹੈ, ਦਰਖਤਾਂ ਦੀ ਛਾਂ ਇੰਨੀ ਸੰਘਣੀ ਹੈ, ਹਨੇਰਾ ਕੀਤਾ ਪਿਆ। ਕਹਿੰਦੇ ਰਾਤ ਹੋਵੇ, ਜਿਵੇਂ ਰਾਤ ਹੋਵੇ ਤੇ ਰਾਤ ਨੂੰ ਤਾਰੇ ਚਮਕਦੇ ਨੇ। ਕਹਿੰਦੇ ਫੁੱਲਾਂ ਦੀ ਚਮਕ ਇੱਦਾਂ ਦੀ ਹੈ ਜਿਵੇਂ ਤਾਰੇ ਚਮਕਦੇ। ਤੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਨੇ, ਵਿੱਚ ਚੰਨ ਚੜ ਗਿਆ ਹੈ। ਹਾਂਜੀ, ਮੰਦ ਮੰਦ ਵਿਚਰਤ ਹਿਤ ਸੈਲ। ਤੇ ਹੌਲੇ ਹੌਲੇ ਪੈਂਦੇ ਖਾਂ ਨੂੰ ਨਾਲ ਲਿਆ ਹੋਇਆ ਤੇ ਬਾਗ ਦੀ ਸੈਲ ਕਰ ਰਹੇ ਸੱਚੇ ਪਾਤਸ਼ਾਹ ਜੀ। ਦੱਖਣ ਦਿਸ਼ ਆਏ ਜਿਤ ਸੈਲ। ਤੇ ਸਾਧ ਸੰਗਤ ਜੀ ਬਾਗ ਦੀ ਸੈਲ ਕਰਦੇ ਕਰਦੇ ਦੱਖਣ ਵਾਲੇ ਪਾਸੇ ਆ ਗਏ। ਗਨ ਮੋਰਨ ਕੋ ਸ਼ੋਰ ਸੁਨੀਜੈ। ਉੱਥੇ ਮੋਰਾਂ ਦੀ ਬੜੀ ਕਨਘੋਰ ਹੋ ਰਹੀ। ਮੋਰ ਜਿਹੜੇ ਨੇ ਉਹ ਪਹਿਲਾਂ ਪਾ ਰਹੇ ਨੇ ਤੇ ਕੂਕ ਰਹੇ ਨੇ। ਪੁਸ਼ਪਨ ਸੋਭਾ ਅਧਿਕ ਜਨੀਜੈ। ਤੇ ਫੁੱਲ ਬਹੁਤ ਸੋਹਣੇ, ਕਈ ਕਿਸਮ ਦੇ ਫੁੱਲ ਖਿੜੇ ਹੋਏ ਨੇ। ਨਿੰਬੂ ਨਾਰੰਗੀ ਰਸ ਭਰੇ। ਨਿੰਬੂਆਂ ਦੇ ਬੂਟੇ ਨੇ, ਨਰੰਗੀਆਂ ਦੇ ਰਸ ਨਾਲ ਭਰੀਆਂ ਹੋਈਆਂ ਨਰੰਗੀਆਂ ਨੇ, ਨਿੰਬੂ ਭਰੇ ਹੋਏ ਨੇ ਰਸ ਨਾਲ। ਜਾਮਨ ਗਨ ਰਸਾਲ ਤਰ ਖਰੇ। ਕਹਿੰਦੇ ਜਾਮਣਾਂ ਦੇ ਦਰਖਤ ਨੇ, ਜਮੋਏ ਦੇ ਦਰਖਤ ਨੇ, ਤੇ ਅੰਬਾਂ ਦੇ ਬੂਟੇ ਲੱਦੇ ਹੋਏ ਨੇ ਅੰਬਾਂ ਨਾਲ। ਆਰੂ ਅਮਰੂਦ ਕਨ ਲੀਨ। ਆੜੂਆਂ ਦੇ ਬੂਟੇ ਨੇ ਤੇ ਅਮਰੂਦਾਂ ਦੇ ਬੂਟੇ ਨੇ। ਲਾਗੇ ਦਲ ਫਲ ਚੁੱਕ ਬੋਕੀਨ। ਤੇ ਕਹਿੰਦੇ ਦਰਖਤਾਂ ਨੂੰ ਫਲ ਲੱਗੇ ਨੇ ਤੇ ਟਾਹਣੀਆਂ ਝੁਕੀਆਂ ਹੋਈਆਂ ਨੇ ਥੱਲੇ ਫਲਾਂ ਦੇ ਰਸ ਨਾਲ। ਦਾਰਮ ਰਾਏ ਬੇਲ ਚੰਬੇਲੀ। ਕਹਿੰਦੇ ਅਨਾਰ ਦੇ ਬੂਟੇ ਨੇ, ਰਾਏ ਬੇਲ ਤੇ ਚੰਬੇਲੀ ਦੇ ਬੂਟੇ ਨੇ ਬਾਗ ਦੇ ਵਿੱਚ। ਹਾਂਜੀ, ਖਿਲੀ ਸੇਵਤੀ ਸ਼ੌਰਬ ਝਿਹਲੀ। ਔਰ ਸੇਵਤੀ ਦੇ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਨੇ। ਸੁੰਦਰ ਸਥਲ ਫਰਸ਼ ਕਰਵਾਏ ਸੋ। ਤੇ ਸਾਧ ਸੰਗਤ ਜੀ ਉਹਦੇ ਵਿੱਚ ਇੱਕ ਸੋਹਣੀ ਥਾਂ ਹੈ ਜਿੱਥੇ ਸਿੱਖਾਂ ਨੇ ਮਹਾਰਾਜ ਦੇ ਬਹਿਣ ਵਾਸਤੇ ਕਾਲੀਨ ਵਿਛਾ ਦਿੱਤੇ ਆ। ਗਲੀਚੇ ਵਿਛ ਗਏ ਨੇ ਤੇ ਸਤਿਗੁਰੂ ਉਹ ਕਾਲੀਨ ਤੇ ਬੈਠ ਗਏ ਨੇ। ਬੈਠੇ ਸਤਿਗੁਰ ਆਨੰਦ ਉਪਾਏ। ਆਨੰਦ ਦੇ ਨਾਲ, ਮੌਜ ਦੇ ਨਾਲ ਚੋਜੀ ਪ੍ਰੀਤਮ ਛੇਵੇਂ ਪਾਤਸ਼ਾਹ ਜੀ
ਉਸ ਬਾਗ ਦੇ ਵਿੱਚ ਸਜ ਗਏ ਨੇ, ਬੈਠ ਗਏ ਨੇ। ਗਨ ਸੁਭਟਨ ਕੋ ਲਗਿਓ ਦੀਵਾਨ, ਔਰ ਸੂਰਮਿਆਂ ਦਾ ਦੀਵਾਨ ਸਜ ਗਿਆ। ਪੈਂਦੇ ਖਾਂ, ਬਿਧੀ ਚੰਦ, ਭਾਈ ਜੇਠਾ, ਬੜੇ ਬੜੇ ਸੂਰਬੀਰ ਯੋਧੇ ਆਲੇ ਦੁਆਲੇ ਸਜ ਗਏ ਨੇ। ਬੈਠਿਓ ਨਿਕਟ ਸੋ ਪੈਂਦੇ ਖਾਨ, ਪੈਂਦੇ ਖਾਂ ਗੁਰੂ ਜੀ ਦੇ ਬਿਲਕੁਲ ਨੇੜੇ ਬੈਠਾ ਹੈ। ਚੌਪਰ ਹਿਤ ਖੇਲਨ ਮੰਗਵਾਇਓ, ਕਹਿੰਦੇ ਪੈਂਦੇ ਖਾਂ ਚੌਪੜ ਮੰਗਵਾ। ਚੌਪੜ ਬੜੀ ਪੁਰਾਣੀ ਖੇਡ ਹੈ, 16 ਨਰਦਾਂ ਦੀ ਇਹ ਖੇਡੀ ਜਾਂਦੀ। ਬੜੀ ਪੁਰਾਤਨ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ। ਮਹਾਰਾਜ ਖੇਡਣ ਵਾਸਤੇ ਚੌਪੜ ਮੰਗਵਾ ਲਿਆ ਹੈ ਸਨਮੁਖ ਆਪਣੇ ਖਾਨ ਬਿਠਾਇਓ, ਤੇ ਪੈਂਦੇ ਖਾਂ ਨੂੰ ਸਾਹਮਣੇ ਬਿਠਾ ਲਿਆ। ਆ ਵੀ ਖੇਡੀਏ। ਪੈਂਦੇ ਖਾਂ ਵੀ ਚੌਪੜ ਦਾ ਖਿਡਾਰੀ ਹੈ ਤੇ ਗੁਰੂ ਸਾਹਿਬ ਮਹਾਰਾਜ ਦੀ ਤਾਂ ਕਿਆ ਰੀਸ ਹੈ। ਸਤਿਗੁਰੂ ਪੈਂਦੇ ਖਾਂ ਨਾਲ ਚੌਪੜ ਖੇਡਣ ਲੱਗੇ ਹਨ। ਧਰ ਧਰ ਦਾਵ ਪਰਚਬੋ ਕਰੈ, ਮਹਾਰਾਜ ਦਾ ਤੇ ਦਾ ਮਾਰਦੇ ਆ, ਪਰਚਦੇ ਆ, ਪੈਂਦੇ ਨੂੰ ਖਿਡਾਉਂਦੇ ਆ ਤੇ ਨਾਲ ਭਾਈ ਬਿਧੀ ਚੰਦ, ਭਾਈ ਜੇਠਾ, ਸੂਰਬੀਰ ਦੇਖਦੇ ਆ। ਹਾਂਜੀ, ਡਲ ਡਲ ਹੈ ਨਰਦਨ ਕੋ ਚਰੈ, ਏਦਾਂ ਮਹਾਰਾਜ ਡਾਲੇ ਸੁੱਟਦੇ ਆ ਤੇ ਨਰਦਾਂ ਤੋਰਦੇ। ਜਿੰਨੇ ਡਾਲੇ ਦੇ ਨੰਬਰ ਆ ਜੇ ਨਾ ਉਹਨੇ ਘਰ ਫਿਰ ਅੱਗੇ ਉਹ ਤੁਰਦਾ ਨੇ, ਨਰਦ ਤੁਰਦੀ ਹੈ। ਏਦਾਂ ਮਹਾਰਾਜ ਤੋਰਦੇ ਛੇਵੇਂ ਪਾਤਸ਼ਾਹ ਜੀ। ਕਿਤਕ ਕਾਲ ਅਸ਼ਟਾਪਦ ਖੇਲਾ, ਇਸ ਤਰ੍ਹਾਂ ਸਾਧ ਸੰਗਤ ਜੀ ਇਹ ਚੌਪੜ ਕੁਝ ਸਮਾਂ ਮਹਾਰਾਜ ਨੇ ਉੱਥੇ ਬਾਗ ਵਿੱਚ ਬਹਿ ਕੇ ਖੇਡਿਆ ਹੈ। ਜੀਤ ਹੈ ਗੁਰ ਡਾਲਨ ਕੋ ਮੇਲਾ, ਮਹਾਰਾਜ ਡਾਲੇ ਸੁੱਟਦੇ ਆ ਤੇ ਨਰਦਾਂ ਤੋਰਦੇ ਆ ਤੇ ਹਰ ਬਾਜੀ ਜਿੱਤ ਲੈਂਦੇ। ਪੈਂਦੇ ਖਾਂ ਨੂੰ ਹਰ ਵਾਰੀ ਹਰਾ ਦਿੰਦੇ ਆ। ਹਾਂਜੀ, ਇੱਕ ਉਮਰਾਵਤ ਬਹਿ ਚਲ ਆਇਓ, ਇਹਨੇ ਨੂੰ ਇੱਕ ਪਠਾਨ ਉਮਰਾਵ ਬਾਦਸ਼ਾਹ ਦੀ ਫੌਜ ਦਾ ਕੋਈ ਵੱਡਾ ਜਰਨਲ ਸੀਗਾ ਤੇ ਉਹ ਨੌਕਰੀ ਚੋਂ ਕੱਢਿਆ ਹੋਇਆ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਆ ਗਿਆ। ਮਿਲਨ ਹੇਤ ਕੋ ਮਨ ਲਲਚਾਇਓ, ਇੱਥੋਂ ਲੰਘੀ ਜਾਂਦਾ ਸੀ ਜਲੰਧਰ ਦੇ ਲਾਗਿਓਂ। ਗੁਰੂ ਸਾਹਿਬ ਦੀ ਮਹਿਮਾ ਸੁਣੀ ਹੋਈ ਸੀ। ਉਸ ਅਫਸਰ ਨੇ ਸੋਚਿਆ ਵੀ ਇੱਥੋਂ ਲੰਘਣਾ ਹੀ ਹੈ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰ ਚਲੀਏ, ਮਿਲ ਚਲੀਏ। ਹਿਤ ਮੁਹਿਮ ਕਿਤ ਸ਼ਾਹੋ ਪਠਾਵਾ, ਅਸਲ ਗੱਲ ਇਹ ਸੀ ਵੀ ਉਹ ਜਿਹੜਾ ਉਮਰਾਵ ਸੀ ਨਾ, ਉਹਨੂੰ ਬਾਦਸ਼ਾਹ ਨੇ ਕਿਸੇ ਮੁਹਿੰਮ ਤੇ ਭੇਜਿਆ ਸੀ, ਕਿਸੇ ਜੰਗ ਤੇ ਭੇਜਿਆ ਸੀ। ਹਾਂਜੀ, ਬਹੁ ਲਸ਼ਕਰ ਤਿਹ ਸਾਥ ਪਠਾਵਾ, ਔਰ ਉਹਦੇ ਨਾਲ ਕੋਈ ਫੌਜ ਦਾ ਵੱਡਾ ਜਥਾ ਭੇਜਿਆ ਸੀ, ਬੜੀ ਫੌਜ ਭੇਜੀ ਸੀ, ਲਸ਼ਕਰ ਭੇਜਿਆ ਸੀ ਬਾਦਸ਼ਾਹ ਨੇ। ਕਿਸੀ ਗਰੇਸ਼ਵਰ ਪਰ ਚੜ ਗਇਓ, ਭੇਜਿਆ ਸੀ ਪਹਾੜੀ ਰਾਜਿਆਂ ਨੂੰ ਫਤਿਹ ਕਰਨ ਲਈ। ਪਹਾੜ ਦੇ ਜਿਹੜੇ ਰਾਜੇ ਨੇ ਨਾ, ਇਹ ਕਈ ਵਾਰੀ ਆਕੀ ਹੋ ਜਾਂਦੇ ਸੀ, ਪਹਾੜਾਂ ਵਿੱਚੋਂ ਟੈਕਸ ਨਹੀਂ ਸੀ ਦਿੰਦੇ ਤੇ ਪਹਾੜੀ ਰਾਜਿਆਂ ਕੋਲੋਂ ਟੈਕਸ ਲੈਣ ਲਈ ਬਾਦਸ਼ਾਹ ਨੇ ਉਹ ਅਫਸਰ ਨੂੰ, ਮੁਗਲ ਅਫਸਰ ਨੂੰ ਭੇਜਿਆ ਸੀ। ਤਹਾਂ ਜਾਏ ਰਣ ਠਾਨਤ ਭਇਓ, ਉੱਥੇ ਗਿਆ, ਪਹਾੜੀਆਂ ਨਾਲ ਜੰਗ ਕੀਤਾ ਉਸਨੇ। ਪਰਬਤੇਸ਼ ਤਬ ਕੀਨ ਲੜਾਈ, ਅੱਗੋਂ ਪਹਾੜੀਏ ਵੀ ਡਾਢੇ, ਉਹਨਾਂ ਨੇ ਮੁਕਾਬਲਾ ਕੀਤਾ। ਖੜਗਤ ਫੰਗਨ ਮਾਰ ਮਚਾਈ, ਗੋਲੀਆਂ ਤੀਰਾਂ ਦੀ ਮਾਰ ਮਚਾ ਦਿੱਤੀ ਬ੍ਰਿੰਦ ਤੁਰਕ ਸੰਘਾਰ ਭਗਾਏ, ਤੇ ਤੁਰਕਾਂ ਦੀ ਫੌਜ ਮਾਰ ਕੇ ਭਜਾਤੀ ਪਹਾੜੀ ਰਾਜਿਆਂ ਨੇ। ਕਹਿੰਦੇ ਉਹ ਜਿਹੜੀ ਫੌਜ ਦਾ ਟੁਕੜੀ ਲੈ ਕੇ ਗਿਆ ਸੀ ਨਾ ਉਹ ਜਰਨਲ, ਉਹਦੀ ਫੌਜ ਮਾਰ ਕੇ ਖਪਾ ਕੇ ਭਜਾ ਦਿੱਤੀ। ਠਹਿਰਿਓ ਗਇਓ ਨ ਤਰਾਸ ਉਪਾਏ, ਉਹਦੇ ਕੋਲ ਉਹਦੇ ਪੈਰ ਨਹੀਂ ਲੱਗੇ, ਖੜਿਆ ਨਹੀਂ ਗਿਆ, ਡਰ ਕੇ ਭੱਜ ਗਿਆ ਮੈਦਾਨ ਚੋਂ। ਭਾਗੇ ਮਾਰ ਖਾਏ ਚਲ ਆਏ, ਪਹਾੜੀਆਂ ਕੋਲੋਂ ਮਾਰ ਖਾ ਕੇ ਇਹ ਪਠਾਨ ਭੱਜ ਕੇ ਵਾਪਸ ਸ਼ਾਹਜਹਾਨ ਬਾਦਸ਼ਾਹ ਕੋਲ ਆ ਗਿਆ। ਸ਼ਾਹ ਜਹਾਂ ਟਿਗ ਰੋਏ ਸੁਨਾਏ, ਤੇ ਸ਼ਾਹਜਹਾਨ ਕੋਲ ਰੋ ਕੇ ਸਾਰੀ ਗੱਲ ਸੁਣਾਈ ਵੀ ਬਾਦਸ਼ਾਹ, ਮੈਂ ਗਿਆ ਸੀ ਜੰਗ ਕਰਨ, ਪਰ ਪਹਾੜੀ ਰਾਜਿਆਂ ਦੇ ਨਾਲ ਮੇਰੀ ਪੇਸ਼ ਨਹੀਂ ਗਈ। ਪਹਾੜੀ ਰਾਜਿਆਂ ਨੇ ਮੈਨੂੰ ਮਾਰ ਕੇ ਭਜਾ ਦਿੱਤਾ, ਮੇਰੀ ਫੌਜ ਮਾਰੀ ਗਈ ਹੈ ਤੇ ਮੈਂ ਤੁਹਾਡੀ ਸ਼ਰਨ ਵਿੱਚ ਵਾਪਸ ਆ ਗਿਆ। ਕੋਪਿਓ ਸ਼ਾਹੋ ਸੁਨਤ ਰਣਹਾਰਾ, ਬਾਦਸ਼ਾਹ ਇਹ ਸੁਣ ਕੇ ਵੀ ਤੂੰ ਹਾਰ ਕੇ ਆ ਗਿਆ, ਉਲਟਾ ਹੋਰ ਗੁੱਸੇ 'ਚ ਆ ਗਿਆ। ਬਾਦਸ਼ਾਹ ਦੇ ਮੂਡ ਹੁੰਦੇ ਆ ਵੀ ਜੇ ਤੇ ਦਇਆਵਾਨ ਹੋ ਜਾਣ ਤੇ ਕਹਿ ਦੇਣ ਕੋਈ ਗੱਲ ਨਹੀਂ, ਹੋਰ ਫੌਜ ਲੈ ਜਾ, ਤੇ ਜੇ ਉਲਟਾ ਪੈ ਜੇ ਕੰਮ ਤੇ ਕਈ ਵਾਰੀ ਬਹੁਤ ਔਖਾ ਹੋ ਜਾਂਦਾ। ਬਾਦਸ਼ਾਹ ਗੁੱਸੇ 'ਚ ਆ ਕੇ ਕਹਿਣ ਲੱਗਾ ਵੀ ਤੂੰ ਤੇ ਬੜਾ ਨਲਾਇਕ ਹੈ, ਤੂੰ ਤੇ ਬੜਾ ਗੀਦੀ ਹੈ, ਤੂੰ ਉੱਥੇ ਮਰ ਕਿਉਂ ਨਹੀਂ ਗਿਆ? ਤੂੰ ਗਿਆ ਸੀ, ਤੂੰ ਭੱਜ ਕੇ ਕਿਉਂ ਆ ਗਿਆ? ਇਦਾਂ ਬਾਦਸ਼ਾਹ ਉਲਟਾ ਪੈ ਗਿਆ। ਬਾਰ ਬਾਰ ਉਮਰਾਵ ਤਿਕਾਰਾ, ਉਸ ਅਫਸਰ ਨੂੰ ਨਾ ਬਾਦਸ਼ਾਹ ਨੇ ਬਾਰ-ਬਾਰ ਲਾਹਨਤਾਂ ਪਾਈਆਂ। ਬੜੋ ਨਿਲਾਜ ਲਾਜ ਨਹਿ ਆਵੈ, ਬਾਦਸ਼ਾਹ ਕਹਿਣ ਲੱਗਾ ਬੇਸ਼ਰਮਾ, ਤੈਨੂੰ ਰੋਂਦਿਆਂ ਸ਼ਰਮ ਨਹੀਂ ਆਉਂਦੀ? ਤੂੰ ਮੇਰੇ ਦਰਬਾਰ ਵਿੱਚ ਕੀ ਲੈਣ ਆਇਆ? ਉੱਥੇ ਮਰ ਜਾਂਦਾ ਤੇ ਮੈਂ ਹੋਰ ਕੋਈ ਸੋਚਦਾ, ਤੂੰ ਵਾਪਸ ਆ ਗਿਆ, ਤੂੰ ਮੇਰੀ ਨੱਕ ਵਢਾ ਦਿੱਤੀ ਹੈ। ਹਾਂਜੀ, ਅਬ ਮਮ ਸਨਮੁਖ ਖਰੋ ਦਿਸਾਵੈ, ਹੁਣ ਤੂੰ ਮੇਰੇ ਸਾਹਮਣੇ ਖੜਾ ਦਿਸਦਾ, ਮੈਂ ਨਹੀਂ ਚਾਹੁੰਦਾ ਤੂੰ ਮੇਰੇ ਸਾਹਮਣੇ ਖੜਾ ਹੋ, ਮੇਰੀਆਂ ਅੱਖਾਂ ਤੋਂ ਪਰੇ ਹੋ ਜਾ।
ਹਾਂਜੀ। ਦੂਰ ਹੋ ਗੀਦੀ ਰੋਗ ਵਾਰੇ। ਓਏ ਕਾਇਰਾ, ਓਏ ਬੁਜਦਲਾ, ਓਏ ਗਵਾਰਾ, ਉਹ ਗੀਦੀਆ, ਤੂੰ ਮੇਰੀਆਂ ਅੱਖਾਂ ਤੋਂ ਓਹਲੇ ਹੋ ਜਾ। ਬਾਦਸ਼ਾਹ ਨੇ ਜਿੰਨੀਆਂ ਗਾਲਾਂ ਕੱਢਣੀਆਂ ਕੱਢਤੀਆਂ, ਜਿੰਨੀਆਂ ਕੁ ਝਿੜਕਾਂ ਪਾਣੀਆਂ ਸੀ ਉਸ ਅਫਸਰ ਨੂੰ ਪਾ ਦਿੱਤੀਆਂ। ਹਾਂਜੀ। ਫਿਰ ਹੋ ਨਾ ਮੇਰੇ ਨੇਤਰ ਅਗਾਰੇ। ਬਾਦਸ਼ਾਹ ਕਹਿਣ ਲੱਗਾ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਖੜ, ਪਰੇ ਹੋ ਜਾ। ਹਾਂਜੀ। ਲਖ ਕਾਇਰ ਕੋ ਦਿਓ ਨਿਕਾਸ। ਤੂੰ ਤੇ ਗਾਇਰ ਹੈ, ਤੂੰ ਤੇ ਬੁਝਦਿਲ ਹੈ, ਤੂੰ ਜੰਗ ਚੋਂ ਭੱਜ ਕੇ ਆ ਗਿਆ ਪਹਾੜੀ ਰਾਜਿਆਂ ਕੋਲੋਂ। ਕੱਲ ਨੂੰ ਉਹਨਾਂ ਦਾ ਹੌਸਲਾ ਵੱਜੇਗਾ ਪਹਾੜੀਆਂ ਦਾ, ਉਹ ਫਿਰ ਮੈਨੂੰ ਤੇ ਮੇਰੇ ਅਫਸਰਾਂ ਤੋਂ ਡਰਨਗੇ ਨਹੀਂ। ਰਹਿਣ ਨਾ ਦਿਓ ਆਪਣੇ ਪਾਸ। ਸੋ ਬਾਦਸ਼ਾਹ ਨੇ ਨੌਕਰੀਓਂ ਹੀ ਕੱਢ ਦਿੱਤਾ, ਨੌਕਰੀਓਂ ਕੱਢ ਦਿੱਤਾ, ਅਫਸਰ ਨੂੰ ਆਪਣੇ ਕੋਲ ਰਹਿਣ ਨਹੀਂ ਦਿੱਤਾ। ਸੋ ਦੁਖ ਪਾਏ ਨਿਕਸ ਇਤ ਆਇਓ। ਉਹ ਅਫਸਰ ਜਿਹੜਾ ਸੀ ਨਾ ਨੌਕਰੀਓਂ ਨਿਕਲਿਆ ਬੜਾ ਹੀ ਦੁਖੀ, ਬੜਾ ਪਰੇਸ਼ਾਨ ਵੀ ਮੇਰੀ ਜ਼ਿੰਦਗੀ 'ਚ ਮਾੜੇ ਦਿਨ ਆ ਗਏ, ਮੈਂ ਹਾਰ ਵੀ ਗਿਆ ਤੇ ਬਾਦਸ਼ਾਹ ਨੇ ਵੀ ਨੌਕਰੀ ਤੋਂ ਕੱਢਤਾ। ਉਹ ਇਹ ਜਲੰਧਰ ਦੇ ਲਾਗੇ ਆ ਗਿਆ। ਗੁਰ ਕੋ ਦੇਖੋ ਜੀ ਲਲਚਾਇਓ। ਜਲੰਧਰ ਕੋਲ ਆ ਕੇ ਯਾਦ ਆਇਆ ਵੀ ਇੱਥੇ ਤੇ ਗੁਰੂ ਹਰਗੋਬਿੰਦ ਸਾਹਿਬ ਰਹਿੰਦੇ ਆ, ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲਈਏ। ਹਾਂਜੀ। ਗਰ ਸ਼ਮਸ਼ੇਰ ਸਿਪਰ ਕੋ ਧਰੇ। ਗਾਤਰੇ ਤਲਵਾਰ ਪਾਈ, ਪਿੱਛੇ ਢਾਲ ਸਜਾਈ, ਕਿਉਂਕਿ ਅਫਸਰ ਸੀਗਾ, ਫੌਜ ਦਾ ਜਰਨਲ ਰਿਹਾ ਸੀਗਾ ਤੇ ਸ਼ਸਤਰ ਤਾਂ ਸਜਾਏ ਹੁੰਦੇ ਆ। ਘੋੜੇ ਤੇ ਬੈਠਾ ਜਲੰਧਰ ਦੇ ਲਾਗਿਓਂ ਲੰਘ ਰਿਹਾ ਸੀ। ਆਇਓ ਨਿਕਟ ਗਰਭ ਉਰ ਭਰੇ। ਪਰ ਹੰਕਾਰ ਅਜੇ ਮਿਟਿਆ ਨਹੀਂ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੰਕਾਰ ਬੜੀ ਬੁਰੀ ਚੀਜ਼ ਹੈ। ਸਾਧ ਸੰਗਤ ਜੀ ਕਹਿੰਦੇ ਰੱਸੀ ਸੜ ਜਾਂਦੀ ਹੈ ਨਾ, ਪਰ ਵਲ ਨਹੀਂ ਜਾਂਦੇ। ਇਹ ਤੁਸੀਂ ਕਹਾਵਤ ਆਮ ਸੁਣੀ ਹੋਣੀ ਹੈ ਵੀ ਰੱਸੀ ਸੜ ਗਈ ਪਰ ਵਲ ਨਹੀਂ ਗਏ। ਉਹੀ ਗੱਲ ਸਮਝ ਲਓ, ਬਿਲਕੁਲ ਸੇਮ। ਭਾਵੇਂ ਪੱਲੇ ਕੱਖ ਨਹੀਂ ਸੀਗਾ, ਪਰ ਫਿਰ ਵੀ ਆਪਣੀ ਅਫਸਰੀ ਦਾ ਜਿਹੜਾ ਉਹ ਹੰਕਾਰ ਸੀ ਨਾ, ਉਹ ਅਜੇ ਨਾਲ ਹੀ ਸੀ। ਹਾਂਜੀ। ਗਰਭ ਪ੍ਰਹਾਰੀ ਗੁਰ ਨੇ ਜਾਨਾ। ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਆਹਾ ਬਾਣੀ 'ਚ ਬਚਨ ਨੇ, ਹਰ ਜੀਓ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਉਹ ਮੇਰੇ ਮਾਲਕ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਮਹਾਰਾਜ ਸਿੱਖ 'ਚੋਂ ਹੰਕਾਰ ਕੱਢਦੇ, ਇਨਸਾਨ 'ਚੋਂ ਹੰਕਾਰ ਕੱਢਦੇ। ਜਦੋਂ ਹੰਕਾਰ ਨਿਕਲ ਜੇ ਤੇ ਬੰਦਾ ਰੱਬ ਬਣ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਹੰਕਾਰ ਨਿਕਲ ਗਿਆ ਤੇ ਇਹ ਆਤਮਾ ਪਰਮਾਤਮਾ ਹੀ ਹੈ, ਪਰ ਹੰਕਾਰ ਸਾਡੇ ਤੇ ਪਰਮਾਤਮਾ 'ਚ ਇੱਕ ਦੀਵਾਰ ਬਣੀ ਹੋਈ ਹੈ। ਉਸ ਦੀਵਾਰ ਨੂੰ ਤੋੜਨਾ ਗੁਰੂ ਨੇ, ਇਹ ਗੁਰੂ ਦਾ ਕੰਮ ਹੈ। ਸੱਚੇ ਪਾਤਸ਼ਾਹ ਜਾਣੀ ਜਾਣ ਸਾਰਾ ਕਿੱਸਾ ਉਹਦਾ ਜਾਣਦੇ ਆ ਵੀ ਜਿਹੜਾ ਬੰਦਾ ਸਾਨੂੰ ਮਿਲਣ ਆ ਰਿਹਾ ਇਹ ਕੌਣ ਹੈ, ਇਹ ਕੀ ਹੈ, ਇਹਦੇ ਅੰਦਰ ਅਜੇ ਵੀ ਹਉਮੈ ਹੈ। ਇਹ ਜਾਣ ਕੇ ਇਹ ਕਾਇਰ ਅਰਮਨ ਗਰਬਾਨਾ। ਮਹਾਰਾਜ ਜਾਣ ਕੇ ਵੀ ਇਹ ਹੈ ਤਾਂ ਬੁਝਦਿਲ, ਹੈ ਤਾਂ ਕਾਇਰ, ਜੰਗ ਦਾ ਭਗੌੜਾ, ਪਰ ਮਨ 'ਚ ਅਜੇ ਵੀ ਹੰਕਾਰ ਲਈ ਫਿਰਦਾ ਵੀ ਮੈਂ ਅਫਸਰ ਹਾਂ। ਹਾਂਜੀ। ਜਾਏ ਨਿਕਟ ਗੁਰ ਕੇ ਰਖਰੋਵਾ। ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਕੋਲ ਗਿਆ ਤੇ ਮੱਥਾ ਨਹੀਂ ਟੇਕਿਆ ਤੇ ਖਲੋ ਗਿਆ ਆਕੜਨਾ। ਹਾਂਜੀ। ਨਹਿ ਪ੍ਰਭ ਨੇ ਤਿਸ ਕੀ ਦਿਸ਼ ਜੋਵਾ। ਤੇ ਮਹਾਰਾਜ ਪੈਂਦੇ ਖਾਂ ਨਾਲ ਚੌਪੜ ਹੀ ਖੇਡਦੇ ਰਹੇ, ਉਹਦੇ ਵੱਲ ਦੇਖਿਆ ਹੀ ਨਹੀਂ। ਮਹਾਰਾਜ ਪੈਂਦੇ ਖਾਂ ਨੂੰ ਕਦੀ ਡਾਲੇ ਸੁੱਟਦੇ ਆ, ਕਦੀ ਹਰਾਉਂਦੇ ਆ, ਕਦੀ ਖੇਡਦੇ ਆ। ਉਹ ਇੱਦਾਂ 5-7 ਫੁੱਟ ਤੇ ਖੜ ਗਿਆ ਆ ਕੇ। ਅਸ਼ਟਾਪਦ ਖੇਲਨ ਮਹਿ ਧਿਆਨੇ। ਮਹਾਰਾਜ ਨੇ ਆਪਣਾ ਜਾਣ ਬੁੱਝ ਕੇ ਧਿਆਨ ਜਿਹੜਾ ਸੀ ਨਾ ਉਹ ਚੌਪੜ ਵਿੱਚ ਹੀ ਰੱਖਿਆ। ਉਹਦੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਿਆ ਵੀ ਕੌਣ ਆਇਆ। ਡਲ ਡਾਲਤ ਅਰ ਨਰਦ ਪਿਆਨੇ। ਮਹਾਰਾਜ ਉਹ ਜਿਹੜਾ ਪਾਸਾ ਹੁੰਦਾ ਡਾਈਸ ਸੁੱਟਦੇ ਨੇ ਤੇ ਨਾਲ ਹੀ ਮਹਾਰਾਜ ਆਪਣੀਆਂ ਨਰਦਾਂ ਜਿਹੜੀਆਂ ਨੇ ਅੱਗੇ ਤੋਰ ਲੈਂਦੇ ਨੇ। ਹਰਿਓ ਰਹਿਓ ਚਿਤ ਚਾਹਤ ਵਿਸ਼ੇਖੇ। ਉਹ ਜਿਹੜਾ ਇਦਾਂ ਖੜਾ ਉਹ ਸੋਚਦਾ ਵੀ ਇਹ ਹੁਣ ਮੇਰੇ ਵੱਲ ਦੇਖਣਗੇ ਗੁਰੂ ਜੀ, ਮੈਨੂੰ ਬੁਲਾਣਗੇ ਤੇ ਮੈਂ ਵੀ ਸਲਾਮ ਕਹਿ ਕੇ ਬਹਿ ਜਾਵਾਂਗਾ। ਮੈਂ ਅਫਸਰ ਹਾਂ, ਅਕਸਰ ਮੈਂ ਬਾਦਸ਼ਾਹ ਦਾ ਅਫਸਰ ਹਾਂ। ਇਹ ਤੇ ਸਾਧੂ ਸੰਤ ਫਕੀਰ ਨੇ, ਇਹਨਾਂ ਨੂੰ ਚਾਹੀਦਾ ਮੇਰੀ ਰਿਸਪੈਕਟ ਕਰਨ, ਜੀ ਆਇਆਂ ਨੂੰ ਕਹਿਣ, ਪਰ ਗੁਰੂ ਸਾਹਿਬ ਦਾ ਹੰਕਾਰ ਤੋੜਨਾ ਚਾਹੁੰਦੇ ਆ। ਜਬ ਸਤਿਗੁਰ ਮੇਰੀ ਦਿਸ਼ ਦੇਖੇ। ਖੜਾ ਰਿਹਾ, ਜਦੋਂ ਗੁਰੂ ਸਾਹਿਬ ਮੇਰੇ ਵੱਲ ਵੇਖਣਗੇ ਕਰੋ ਸਲਾਮ ਬੈਠ ਹੋਂ ਫੇਰੇ। ਉਦੋਂ ਸਲਾਮ ਬੋਲਾਂਗਾ, ਫੇਰ ਬੈਠਾਂਗਾ। ਇੱਦਾਂ ਮੈਂ ਕਿਵੇਂ ਬਹਿ ਜਾਵਾਂ? ਮੈਂ ਪਹਿਲਾਂ ਕਿਉਂ ਬੋਲਾਂ? ਮੈਂ ਤੇ ਅਫਸਰ ਹਾਂ। ਇਸ ਹੰਕਾਰ ਦੇ ਵਿੱਚ ਪਾਤਸ਼ਾਹ ਜੀ ਤੋਂ ਕੋਈ 5-7 ਫੁੱਟ ਦੂਰ ਢਾਲ ਤਲਵਾਰ ਪਾਈ ਹੈ ਤੇ ਖੜਾ ਹੈ। ਇਮ ਚਿਤਵਤ ਚਿਤ ਬਿਤ ਬਹੁ ਬੇਰੇ। ਸਾਧ ਸੰਗਤ ਜੀ 2 ਮਿੰਟ 4 ਮਿੰਟ 5 ਮਿੰਟ 10 ਮਿੰਟ 20 ਮਿੰਟ ਲੰਘ ਗਏ। ਉਹ ਸੋਚੀ ਗਿਆ ਵੀ ਹੁਣ ਬੁਲਾਉਂਦੇ ਆ, ਹੁਣ ਬੁਲਾਉਂਦੇ ਆ, ਹੁਣ ਬੁਲਾਉਂਦੇ ਆ। ਮਹਾਰਾਜ ਨੇ ਅੱਖ ਹੀ ਨਹੀਂ ਉੱਤੇ ਕੀਤੀ ਤੇ ਪੈਂਦੇ ਖਾਨ ਵਾਲੀ ਸੱਚੇ ਪਾਤਸ਼ਾਹ ਚੌਪੜ ਹੀ ਖੇਡਦੇ ਰਹੇ। ਖਰੇ ਪਠਾਨ ਕ੍ਰੋਧ ਬਦ ਜਾਗਾ। ਫਿਰ ਉਸ ਪਠਾਨ ਨੂੰ ਗੁੱਸਾ ਚੜ ਗਿਆ।
ਉਹਦੇ ਅੰਦਰ ਸਬਰ ਦਾ ਜਿਹੜਾ ਬੰਨ ਸੀ ਉਹ ਟੁੱਟ ਗਿਆ ਤੇ ਕ੍ਰੋਧ ਵਿੱਚ ਆ ਗਿਆ ਪਠਾਨ। ਚਿਤ ਮਹਿ ਪੁਨ ਚਿਤਵਨ ਇਮ ਲਾਗਾ। ਤੇ ਮਨ 'ਚ ਇਉਂ ਸੋਚਣ ਲੱਗਾ ਵੀ ਮੇਰੀ ਤੇ ਅੱਜ ਬਹੁਤ ਧੀਨ ਹੋ ਗਈ ਹੈ, ਐਡਾ ਵੱਡਾ ਅਫਸਰ, ਦੁਨੀਆ ਮੈਨੂੰ ਸਲਾਮਾ ਕਰਦੀ ਤੇ ਇਹ ਗੁਰੂ ਨੇ ਮੇਰੀ ਕੋਈ ਆਓ ਭਗਤ ਨਹੀਂ ਕੀਤੀ, ਪੁੱਛਿਆ ਵੀ ਨਹੀਂ, ਮੇਰੇ ਵੱਲ ਦੇਖਿਆ ਵੀ ਨਹੀਂ। ਅੱਗ ਲੱਗ ਗਈ ਉਸ ਨੂੰ। ਇੱਕ ਸ਼ਮਸ਼ੇਰ ਪ੍ਰਹਾਰੋਂ ਐਸੇ। ਮਨ ਜਿੱਥੋਂ ਤੱਕ ਬੁਰਾਈ ਆ ਗਈ, ਇੱਕੋ ਵਾਰ ਮੈਂ ਤਲਵਾਰ ਦਾ ਕਰਕੇ ਗੁਰੂ ਦਾ ਸਿਰ ਲਾ ਦਿਆਂ। ਹਾਂਜੀ, ਧਰਤੇ ਸਿਰ ਉਤਰਹਿ ਇਸ ਜੈਸੇ। ਇਹਦਾ ਗੁਰੂ ਦਾ ਇੱਕੋ ਹੀ ਸਿਰ ਵਾਰ ਨਾਲ ਮੈਂ ਸਿਰ ਲਾ ਦਿਆਂ, ਇਹੋ ਜਿਹਾ ਵਾਰ ਕਰਾਂ। ਇੰਨਾ ਕ੍ਰੋਧ ਆ ਗਿਆ, ਇੰਨਾ ਗੁੱਸਾ ਆ ਗਿਆ ਉਹਦੇ ਮਨ ਵਿੱਚ। ਆਦਰ ਅਪਰ ਕਰਨ ਤੋ ਰਹਿਓ। ਕਹਿੰਦਾ ਮੇਰਾ ਹੋਰ ਆਦਰ ਮਾਣ ਕਰਨਾ ਤਾਂ ਦੂਰ ਰਿਹਾ। ਨੇਤਰ ਉਠਾਏ ਨਮਮ ਦਿਸ਼ ਲਹਿਓ। ਗੁਰੂ ਨੇ ਮੇਰੇ ਵੱਲ ਵੇਖਿਆ ਵੀ ਨਹੀਂ। ਵੈਸੇ ਤਾਂ ਗੁਰੂ ਨੂੰ ਚਾਹੀਦਾ ਸੀ ਉੱਠ ਕੇ ਮਿਲਦੇ, ਆਓ ਖਾਨ ਸਾਹਿਬ, ਆਓ ਖਾਨ ਸਾਹਿਬ ਕਰਦੇ, ਮੈਨੂੰ ਜਲ ਪਾਣੀ ਛਕਾਉਂਦੇ, ਮੇਰੀ ਆਓ ਭਗਤ ਕਰਦੇ, ਮੈਨੂੰ ਬਿਠਾਉਂਦੇ। ਇਹਨਾਂ ਨੇ ਇੱਦਾਂ ਵੀ ਨਹੀਂ ਦੇਖਿਆ ਵੀ ਕੌਣ ਆਇਆ, ਆਪਣੀ ਖੇਡ ਵਿੱਚ ਮਸਤ ਬੈਠੇ ਆ। ਹਾਂਜੀ, ਜਿਤਵਿਓ ਜਬ ਸ਼ਮਸ਼ੇਰ ਪ੍ਰਹਾਰਨ। ਜਦੋਂ ਇੱਦਾਂ ਉਸਨੇ ਮਨ 'ਚ ਸੋਚਿਆ ਵੀ ਗੁਰੂ ਸਾਹਿਬ ਨੂੰ ਮੈਂ ਤਲਵਾਰ ਮਾਰ ਕੇ ਸਿਰ ਲਾ ਦਿਆਂ, ਕਰਿਓ ਖਾਨ ਦਿਸ਼ ਗੁਰੂ ਨਿਹਾਰਨ। ਤੇ ਜਦੋਂ ਤਲਵਾਰ ਦੇ ਮੁੱਠੇ ਤੇ ਹੱਥ ਗਿਆ ਨਾ ਦਾ, ਮਹਾਰਾਜ ਇੱਦਾਂ ਕਰਕੇ ਉਹਦੇ ਵੱਲ ਦੇਖਿਆ। ਹਾਂਜੀ, ਕਹਿਓ ਤਾਹੇ ਨਿਜ ਸੁਪਾਟ ਕਹਾਵਹੋ। ਮਹਾਰਾਜ ਕਹਿਣ ਲੱਗੇ, ਖਾਨਾ ਆਪਣੇ ਆਪ ਨੂੰ ਸੂਰਮਾ ਕਹਾਨਾ, ਆਪਣੇ ਆਪ ਨੂੰ ਫੌਜੀ ਕਹਾਨਾ, ਤੂੰ ਜਰਨਲ ਕਹਾਨਾ ਫੌਜ ਦਾ। ਜਹਾਂ ਪਰਹਿਰਣ ਤਹਾਂ ਪਲਾਵਹੋ। ਚੰਗਾ ਯੋਧਾ, ਜਿੱਥੇ ਜੰਗ ਹੁੰਦਾ ਉੱਥੋਂ ਤੇ ਭੱਜ ਆਉਣਾ। ਪਹਾੜੀ ਰਾਜਿਆਂ ਕੋਲੋਂ ਤੇ ਉੱਥੇ ਮਾਰ ਖਾ ਕੇ ਭੱਜਿਆ। ਹਾਂਜੀ, ਜਹਾਂ ਖੜਗ ਕੋ ਜੰਗ ਮਚਾਵਨ। ਜਿੱਥੇ ਤਲਵਾਰ ਕੱਢਣੀ ਚਾਹੀਦੀ ਸੀ, ਜਿੱਥੇ ਇਹ ਤੇਗ ਮਿਆਨ ਚੋਂ ਬਾਹਰ ਆਣੀ ਚਾਹੀਦੀ ਸੀ, ਉੱਥੇ ਕਿਉਂ ਨਹੀਂ ਆਈ? ਹਾਂਜੀ, ਤਹਾਂ ਕਰਹੋ ਨਿਜ ਪੀਠ ਦਿਖਾਵਨ। ਉੱਥੇ ਤਾਂ ਪਿੱਠ ਦਿਖਾ ਕੇ ਭੱਜਿਆ ਤੂੰ। ਉੱਥੇ ਇਹ ਤਲਵਾਰ ਕੱਢਣੀ ਸੀ ਤੇ ਸਾਹਮਣੇ ਹੋ ਕੇ ਲੜਨਾ ਸੀ ਤੇ ਮਾਰਿਆ ਜਾਣਾ ਸੀ, ਮਰਨਾ ਸੀ ਜਾਂ ਮਾਰਨਾ ਸੀ, ਤੇ ਤੂੰ ਉੱਥੋਂ ਤੇ ਭੱਜ ਆਇਆ ਜਾਨ ਬਚਾ ਕੇ। ਜਹਾਂ ਸ਼ਤਰ ਕੇ ਮਾਰਨ ਬਨੈ। ਜਿੱਥੇ ਵੈਰੀ ਨੂੰ, ਦੁਸ਼ਮਣ ਨੂੰ ਮਾਰਨਾ ਚਾਹੀਦਾ ਜੰਗ ਦੇ ਮੈਦਾਨ 'ਚ, ਉੱਥੇ ਤਲਵਾਰ ਮਿਆਨ 'ਚੋਂ ਕੱਢੀ ਨਹੀਂ। ਤਿਸ ਥਲ ਹੋਤ ਤਰਾਸ ਕੇ ਸਨੈ। ਉੱਥੇ ਤੇ ਡਰ ਕੇ ਨਾ ਕੰਬਦਾ ਆਇਆ ਭੱਜ ਕੇ, ਤੇ ਰੋਂਦਾ ਰਿਹਾ ਬਾਦਸ਼ਾਹ ਦੀ ਕਚਹਿਰੀ 'ਚ ਜਾ ਕੇ। ਉਚਿਤ ਨਿਵਨ ਜੋ ਹੈ ਫਕਰ ਅਗਾਰੀ। ਆਹ ਜਿਹੜਾ ਸਾਧੂਆਂ ਸੰਤਾਂ ਅੱਗੇ ਤੇ ਝੁਕਣਾ ਚਾਹੀਦਾ। ਇਹ ਗੁਰੂ ਨਾਨਕ ਦੀ ਗੱਦੀ ਹੈ। ਫਕੀਰਾਂ ਅੱਗੇ ਤੇ ਮੱਥਾ ਟੇਕਣਾ ਚਾਹੀਦਾ, ਉਹਨਾਂ ਅੱਗੇ ਤਾਂ ਸਿਰ ਝੁਕਾਉਣਾ ਚਾਹੀਦਾ। ਹਾਂਜੀ, ਤਹ ਚਾਹਤ ਸ਼ਮਸ਼ੇਰ ਪ੍ਰਹਾਰੀ। ਤੇ ਤੂੰ ਫਕੀਰਾਂ ਦੇ ਤਲਵਾਰ ਚਲਾਣੀ ਚਾਹੁੰਦਾ, ਸੰਤਾਂ ਦੇ ਵਾਰ ਕਰਨਾ ਚਾਹੁੰਦਾ। ਸ਼ਤਰ ਸੰਘਾਰਤ ਰਿਸ ਕਰ ਤੋਹੀ। ਕਹਿੰਦੇ ਜੇ ਤੂੰ ਸੂਰਮਾ ਸੀ, ਮੈਦਾਨੇ ਜੰਗ 'ਚ ਲੜਦਾ, ਦੁਸ਼ਮਣ ਦੇ ਹੱਥੋਂ ਮਾਰਿਆ ਜਾਂਦਾ, ਅਸੀਂ ਵੀ ਤੇਰੀ ਤਾਰੀਫ ਕਰਦੇ ਵੀ ਬੜਾ ਮਰਦ ਸੀ, ਦਲੇਰ ਸੀ, ਸੂਰਮਾ ਸੀ, ਪੁਰਜਾ ਕੱਟ ਕੇ ਮਾਰਿਆ ਗਿਆ, ਪਰ ਮੈਦਾਨ 'ਚੋਂ ਭੱਜਿਆ ਨਹੀਂ। ਹਾਂਜੀ, ਫਕਰ ਬਿਨਾਸ਼ ਹੈ ਕੁਟੰਬ ਜੋ ਹੋਹੀ। ਕਹਿੰਦੇ ਸੁਣ, ਉੱਥੇ ਮਰ ਜਾਂਦਾ, ਕੱਲਾ ਹੀ ਮਰਦਾ ਤੂੰ। ਸ਼ਤਰੂ ਮਾਰਦਾ ਤੇ ਸਿਪਾਹੀ ਨੂੰ ਮਾਰਦਾ, ਪਰ ਫੱਕਰ ਮਾਰਦਾ ਨਾ, ਫੱਕਰ ਮਾਰਦਾ ਤੇ ਕੁਲਾ ਹੀ ਗਾਲ ਦਿੰਦਾ। ਦੁਸ਼ਮਣ ਮਾਰਦਾ, ਦੁਸ਼ਮਣ ਤਲਵਾਰ ਨਾਲ ਮਾਰਦਾ, ਜਿਹੜਾ ਸਾਹਮਣੇ ਹੋਵੇ ਉਹਨੂੰ ਮਾਰਦਾ। ਤੂੰ ਹੀ ਮਰਨਾ ਸੀ ਇਕੱਲੇ ਨੇ। ਪਰ ਜੇ ਤੂੰ ਫਕਰਾਂ ਦਾ ਸਰਾਪ ਲੈ ਲਵੇਂ, ਫਕੀਰਾਂ ਦਾ ਬਚਨ ਕੋਈ ਚੱਲ ਜਾਵੇ, ਜ਼ੁਬਾਨ ਤੋਂ ਬੋਲ ਨਿਕਲ ਜਾਵੇ, ਫਿਰ ਕੁਲਾ ਨਾਸ ਹੋ ਜਾਂਦੀਆਂ, ਫਿਰ ਕੱਖ ਨਹੀਂ ਰਹਿੰਦਾ ਹੁੰਦਾ। ਹਾਂਜੀ, ਰਿਪ ਇਸ ਲੋਕ ਹੈ ਸੁਖ ਨ ਬਿਨਾਸੈ। ਕਹਿੰਦੇ ਫਕੀਰ ਦੇ ਮਾਰੇ ਤੂੰ ਬਚਾ ਨਹੀਂ ਸਕਦਾ। ਦੁਸ਼ਮਣ ਤੋਂ ਬਚਿਆ ਜਾਂਦਾ, ਫਕੀਰ ਤੋਂ ਨਹੀਂ ਬਚਿਆ ਜਾਂਦਾ, ਕਿਉਂਕਿ ਇਸ ਲੋਕ ਦੇ ਸੁੱਖ ਵੀ ਖਤਮ ਕਰ ਦਿੰਦਾ ਫਕੀਰ, ਤੇ ਪਰਲੋਕ ਦੇ ਸੁੱਖ ਵੀ ਖਤਮ ਕਰ ਦਿੰਦਾ। ਕੌਣ ਅਰੇ ਸਤਿਗੁਰ ਕੇ ਆਗੇ, ਅਮਰ ਮਰਿਆ ਚਲ ਜੂ ਚਲ ਜਾਏ, ਬੜ ਅਥਾ ਕੋ ਥਾ ਦੇਤ ਕਰ, ਮਹਾਬਲੀ ਤਤ ਛਿਨ ਬੁਲਾਏ, ਮੇਰ ਬੜਾਈ ਰਾਈ ਠਾਣਤ, ਪਾਤਸ਼ਾਹ ਕੋ ਰੰਕ ਬਣਾਏ, ਮਹਾਸੂਰਮਾ ਕਾਇਰ ਹੋਵੇਂ, ਗੁਰ ਰਿਸ ਤਨਕ ਜੋ ਦ੍ਰਿਸ਼ਟ ਚਲਾਏ। ਜੇ ਗੁਰੂ ਦੀ ਨਿਗਾਹ ਕ੍ਰੋਧ ਵਾਲੀ ਹੋ ਜਾਏ, ਗੁਰੂ ਦੀ ਨਿਗਾਹ ਪੁੱਠੀ ਹੋ ਜਾਏ, ਨਦਰ ਉਹ ਪੱਠੀ, ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਇਹਨਾਂ ਫਕੀਰਾਂ ਦੀ, ਗੁਰੂਆਂ ਦੀ, ਸੰਤਾਂ ਦੀ ਨਿਗਾਹ ਪੁੱਠੀ ਹੋਵੇ, ਰਾਜੇ ਭੀਖ ਮੰਗਦੇ ਰਹਿੰਦੇ ਆ, ਭੀਖ ਨਹੀਂ ਮਿਲਦੀ। ਇਸ ਕਰਕੇ ਕਦੀ ਫਕੀਰਾਂ ਨਾਲ, ਸਾਧੂਆਂ ਨਾਲ ਮੱਥਾ ਨਹੀਂ ਲਾਈਦਾ। ਹਾਂਜੀ, ਫਕਰ ਦਹੂ ਲੋਕਨ ਸੁਖ ਗ੍ਰਾਸੈ। ਕਹਿੰਦੇ ਫਕਰ ਜਿਹੜੇ ਨੇ, ਇਹਦੇ ਦੋਵਾਂ ਲੋਕਾਂ ਦੇ ਸੁੱਖਾਂ ਨੂੰ ਖਤਮ ਕਰ ਦਿੰਦੇ। ਸੁੱਖ ਦੇ ਵੀ ਦਿੰਦੇ ਦੋਵਾਂ ਲੋਕਾਂ ਦੇ, ਤੇ ਤਬਾਹ ਵੀ ਕਰ ਦਿੰਦੇ ਆ। ਇਸ ਕਰਕੇ ਇਹਨਾਂ ਅੱਗੇ ਤਾਂ ਇਦਾਂ ਝੁਕਣਾ ਹੀ ਚੰਗਾ ਹੁੰਦਾ। ਜਹਾਂ ਥਾਨ ਹੰਕਾਰ ਕਰਨ ਕੋ। ਕਹਿੰਦੇ ਖਾਨਾ,
ਜਿੱਥੇ ਤੈਨੂੰ ਹੰਕਾਰ ਕਰਨਾ ਚਾਹੀਦਾ ਸੀ, ਤਹ ਤੇ ਕੀਨ ਸਿਰਦਾ ਡਰਨ ਕੋ। ਉੱਥੇ ਤੇ ਤੇਰਾ ਹੰਕਾਰ ਟੁੱਟ ਗਿਆ, ਉੱਥੋਂ ਦੇ ਡਰ ਕੇ ਭੱਜ ਆਇਆ ਮੈਦਾਨ ਵਿੱਚੋਂ। ਉੱਥੇ ਤੇਰੀ ਗੈਰਤ, ਤੇਰੀ ਅਣਖ ਕਿੱਥੇ ਗਈ? ਜਦੋਂ ਦੁਸ਼ਮਣ ਸਾਹਮਣੇ ਸੀ, ਕੱਢਦਾ ਮਿਆਨ ਚੋਂ ਤਲਵਾਰ ਦੇ ਦੋ ਹੱਥ ਕਰਦਾ, ਮਰ ਜਾਂਦਾ ਜਾਂ ਮਾਰ ਦਿੰਦਾ। ਹਾਂਜੀ, ਨਿਰਹੰਕਾਰ ਹੋਣ ਥੋ ਜਹਾਂ। ਜਿੱਥੇ ਤੈਨੂੰ ਝੁਕਣਾ ਚਾਹੀਦਾ ਸੀ, ਨਿਰਹੰਕਾਰ ਹੋ ਕੇ ਲੰਮਿਆਂ ਪੈਣਾ ਚਾਹੀਦਾ ਸੀ, ਡੰਡੌਤ ਬੰਦਨਾ ਕਰਨੀ ਚਾਹੀਦੀ ਸੀ, ਉੱਥੇ ਤੂੰ ਤਲਵਾਰਾਂ ਕੱਢਣ ਲੱਗ ਪਿਆ। ਹਾਂਜੀ, ਫਕਰਨ ਆਗੈ ਗਰਬਤ ਮਹਾ। ਫਕੀਰਾਂ ਦੇ ਅੱਗੇ ਹੰਕਾਰ ਕਰਦਾ, ਫਕੀਰਾਂ ਸਾਧੂਆਂ ਨਾਲ ਵੈਰ ਕਰਦਾ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਆਗੇ ਪਾਛੈ ਸੁਖ ਨਹੀਂ, ਮਰ ਜਮੈ ਵਾਰੋ ਵਾਰ। ਹਾਂਜੀ, ਗਹੀ ਹਾਥ ਮਹਿ ਰਹਿ ਤਰਵਾਰ। ਆਹ ਜਦੋਂ ਇਹ ਬਚਨ ਕਹੇ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਇਹ ਸ਼ਬਦ ਦਾ ਤੀਰ ਸੀਗਾ, ਇਹ ਬੋਲਾਂ ਦਾ ਬਾਣ ਸੀਗਾ, ਜਿਹਨੇ ਤਲਵਾਰ ਉਹਦੀ ਜਿੱਥੇ ਸੀ ਨਾ ਹੱਥ ਦੇ ਵਿੱਚ, ਉੱਥੇ ਹੀ ਜਾਮ ਹੋ ਗਏ। ਸੇਮ ਇੱਦਾਂ ਹੋਇਆ ਸੀ ਜਦੋਂ ਹਮਾਯੂ ਬਾਦਸ਼ਾਹ ਖੰਡੂਰ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਕੋਲ ਆਇਆ ਸੀ, ਜੰਗ 'ਚੋਂ ਹਾਰ ਕੇ ਸ਼ੇਰਸ਼ਾਹ ਸੂਰੀ ਕੋਲੋਂ, ਤੇ ਗੁਰੂ ਸਾਹਿਬ ਕੋਲੋਂ ਬਖਸ਼ਿਸ਼ ਲਵਾਂ, ਮੇਰੇ ਪਿਤਾ ਨੂੰ ਬਖਸ਼ਿਸ਼ ਹੋਈ ਸੀ 7 ਪੁਸਤਾਂ ਦੀ, ਤੇ ਫਿਰ ਰਾਜ ਖੁੱਸ ਗਿਆ। ਤੇ ਮਹਾਰਾਜ ਅੱਗੇ ਬੱਚਿਆਂ ਨਾਲ ਖੇਡ ਰਹੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ, ਤੇ ਇਹਨੇ ਤਲਵਾਰ ਹਮਾਯੂ ਨੇ ਮਹਾਰਾਜ ਨੂੰ ਕੱਢ ਕੇ ਵਾਰ ਕਰਨ ਦੀ ਸੋਚੀ, ਵੀ ਇਹ ਮੈਨੂੰ ਉੱਠ ਕੇ ਇਹਨਾਂ ਨੇ ਮੇਰਾ ਬਾਦਸ਼ਾਹ ਦਾ ਸਵਾਗਤ ਨਹੀਂ ਕੀਤਾ। ਇਹੀ ਬਚਨ ਮਹਾਰਾਜ ਨੇ ਉਹਨੂੰ ਕਹੇ ਸੀ ਵੀ ਤਲਵਾਰ ਇੱਥੇ ਫਕੀਰਾਂ ਦੇ ਕੱਢਣ ਲੱਗਾ, ਉੱਥੇ ਜੰਗ 'ਚ ਕਿਉਂ ਨਹੀਂ ਕੱਢੀ? ਤੇ ਹਮਾਯੂ ਚਰਨੀ ਢਹਿ ਪਿਆ ਸੀ। ਅੱਜ ਸੇਮ ਸ੍ਰੀ ਕਰਤਾਰਪੁਰ ਸਾਹਿਬ ਉਹ ਫੌਜੀ ਜਰਨਲ ਨਾਲ ਹੋਇਆ। ਫੌਜ ਦਾ ਉਹ ਜਰਨਲ ਤਲਵਾਰ ਮਿਆਨ 'ਚੋਂ ਕੱਢ ਰਿਹਾ ਸੀ, ਜਦੋਂ ਪਾਤਸ਼ਾਹ ਨੇ ਇਹ ਬਚਨ ਕਹੇ, ਉੱਥੇ ਹੀ ਹੱਥ ਰਹਿ ਗਿਆ, ਗੱਲ ਹੀ ਨਹੀਂ ਕੋਈ ਆਈ। ਹੁਣ ਕੀ ਕਰੇ, ਪਸੀਨੇ ਛੁੱਟ ਗਏ। ਫਕਰ ਪ੍ਰਾਨ ਕੋ ਦੇਹ ਨਿਕਾਰ। ਹਮਾਰੇ ਕਹਿੰਦੇ ਫੱਕਰ ਮਾਰ ਦੇਣ ਨਾ, ਬਚਨ ਨਾਲ ਹੀ ਮਾਰ ਦਿੰਦੇ ਆ, ਉਹਦੇ ਪ੍ਰਾਣ ਬਚਨਾਂ ਨਾਲ ਹੀ ਲੈ ਲੈਂਦੇ ਆ। ਗੁਰ ਘਰ ਮਹਿਮਾਨੀ ਕੋ ਥਾਵਨ। ਹਮਾਰੇ ਕਹਿੰਦੇ ਇਸ ਗੁਰੂ ਘਰ 'ਚ ਹੰਕਾਰੀਆਂ ਦੀ ਕੋਈ ਥਾਂ ਨਹੀਂ ਹੈ। ਨਿਰਮਾਨੀ ਨਿਤ ਗੁਰ ਮਨ ਭਾਵਨ। ਨਿਰਹੰਕਾਰੀ ਨਿਮਾਣੇ ਹੀ ਗੁਰੂ ਨੂੰ ਚੰਗੇ ਲੱਗਦੇ ਆ। ਆਖੋ ਸ੍ਰੀ ਵਾਹਿਗੁਰੂ ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਜਿਹੜਾ ਕੋਈ ਆਪਣੇ ਆਪ ਨੂੰ ਸਮਝਦਾ, ਉਹ ਗੁਰੂ ਦੇ ਅੱਗੇ ਨਹੀਂ ਸ਼ੋਭਾ ਪਾਉਂਦਾ, ਉਸ ਦਰਗਾਹ ਵਿੱਚ ਉਹਨੂੰ ਥਾਂ ਨਹੀਂ ਮਿਲਦੀ। ਲਓ ਬਾਲੀ ਦਰਗਾਹ ਵਿੱਚ ਦਰਗੇ ਮਾਣ ਨਿਮਾਣਾ ਪਾਵੈ। ਇਹ ਮੇਰੇ ਪਾਤਸ਼ਾਹ ਦੀ ਕਚਹਿਰੀ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ, ਹੰਕਾਰੀਆਂ ਨੂੰ ਨਹੀਂ ਮਿਲਦਾ। ਸੁਨਤ ਖਾਨ ਮਨ ਮਹਿ ਬਿਸਮਾਇਓ। ਸੁਣ ਕੇ ਖਾਨ ਸਾਧ ਸੰਗਤ ਜੀ ਹੈਰਾਨ ਹੋ ਗਿਆ। ਗੁਰੂ ਸਾਹਿਬ ਦੇ ਬਚਨਾਂ ਨੇ ਮਨ ਦੀ ਮੈਲ ਧੋ ਦਿੱਤੀ। ਉਹ ਜਿਹੜਾ ਹੰਕਾਰ ਦਾ ਭੂਤ ਸਵਾਰ ਸੀ ਨਾ, ਉਡਾਰੀਆਂ ਮਾਰ ਗਿਆ। ਚਿਤ ਮਹਿ ਚਿਤਵਤ ਗੁਰ ਲਖ ਪਾਇਓ। ਮਨ ਵਿੱਚ ਸੋਚਦਾ ਹੈ ਤੇ ਗੁਰੂ ਜਾਣੀ ਜਾਣਾ, ਇਹਨੂੰ ਤੇ ਮੇਰਾ ਸਾਰਾ ਕਿੱਸਾ ਪਤਾ, ਮੈਂ ਜੋ ਕਰਕੇ ਆਇਆ ਮੈਂ ਜਾਣਦਾ ਜਾਂ ਬਾਦਸ਼ਾਹ ਜਾਣਦਾ, ਇੱਥੇ ਕਿਵੇਂ ਖਬਰ ਪਹੁੰਚ ਗਈ? ਇਹਦਾ ਮਤਲਬ ਗੁਰੂ ਨੂੰ ਸਭ ਪਤਾ ਹੈ। ਹਾਂਜੀ, ਭਇਓ ਦੀਨ ਉਰ ਜੋਰੇ ਹਾਥ। ਕਹਿੰਦੇ ਜਿਹੜੀ ਤਲਵਾਰ ਤੇ ਹੱਥ ਸੀ ਉੱਠ ਗਿਆ, ਤੇ ਹੱਥ ਇੰਜ ਜੁੜ ਗਏ। ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਕੇ ਨਿਮਾਣਾ ਹੋ ਕੇ ਡਿੱਗਾ। ਬਰਿਓ ਅਗਾਰੀ ਟੇਕਿਓ ਮਾਥ। ਗੋਡਿਆਂ ਭਾਰ ਡਿੱਗਾ ਤੇ ਮਹਾਰਾਜ ਦੇ ਚਰਨਾਂ ਤੇ ਸਜਦਾ ਕੀਤਾ, ਮੱਥਾ ਟੇਕਿਆ। ਕਰਾਮਾਤ ਸਾਹਿਬ ਤੁਮ ਭਾਰੇ। ਕਹਿਣ ਲੱਗਾ ਤੁਸੀਂ ਵਲੀ ਹੋ, ਤੁਸੀਂ ਪੈਗੰਬਰ ਹੋ, ਤੁਸੀਂ ਕਰਾਮਾਤ ਸ਼ਕਤੀ ਦੇ ਮਾਲਕ ਹੋ। ਸਕਿਓ ਨ ਜਾਣ ਹਿਰਦੇ ਰਿਸ ਧਾਰੇ। ਮਹਾਰਾਜ ਮੈਂ ਤੁਹਾਡੀ ਮਹਿਮਾ ਜਾਣ ਨਹੀਂ ਸਕਿਆ, ਮੈਂ ਮੂਰਖ ਹਾਂ, ਮੈਂ ਤੁਹਾਡੇ ਤੇ ਗੁੱਸਾ ਕੀਤਾ, ਤੁਹਾਡੇ ਤੇ ਵਾਰ ਕਰਨਾ ਚਾਹਿਆ, ਬਹੁਤ ਵੱਡੀ ਮੇਰੇ ਤੋਂ ਭੁੱਲ ਹੋ ਗਈ। ਸੱਚੇ ਪਾਤਸ਼ਾਹ ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਛਿਮਹੋ ਪ੍ਰਭੂ ਤੁਮ ਹੋ ਬਲਦਾਇਕ। ਮਹਾਰਾਜ ਤੁਸੀਂ ਬਖਸ਼ਣ ਹਾਰੋ ਤੇ ਮੈਂ ਭੁੱਲਣ ਹਾਰ ਹਾਂ, ਬਖਸ਼ ਲਓ, ਮੇਰਾ ਅਪਰਾਧ ਮਾਫ ਕਰ ਦਿਓ, ਖਿਮਾ ਕਰ ਦਿਓ। ਮੇਰੀ ਅਰ ਪੀਰੀ ਕੇ ਲਾਇਕ। ਤੁਸੀਂ ਮੇਰੀ ਪੀਰੀ ਦੇ ਮਾਲਕ ਹੋ, ਮੇਰੀ ਪੀਰੀ ਦੇ ਸਾਹਿਬ ਹੋ। ਸੱਚੇ ਪਾਤਸ਼ਾਹ ਲਾਇਕ ਹੋ ਤੁਸੀਂ ਦੋਵਾਂ ਪਦਵੀਆਂ ਦੇ। ਮੀਰਾਂ ਵਿੱਚੋਂ ਮੀਰ ਵੱਡੇ, ਪੀਰਾਂ ਵਿੱਚੋਂ ਪੀਰ ਵੱਡੇ ਹੋ। ਮਮ ਅਪਰਾਧ ਛਿਮਾ ਕੋ ਧਰੀਏ ਹੈ। ਮੇਰਾ ਅਪਰਾਧ ਮਾਫ ਕਰ ਦਿਓ। ਸੇਵਕ ਨਿਜ ਪਗ ਪੰਕਜ ਕਰੀਏ ਹੈ। ਮੈਨੂੰ ਆਪਣੇ ਚਰਨਾਂ ਦਾ ਸੇਵਕ ਬਣਾ ਲਓ, ਹੁਣ ਮੈਨੂੰ ਬਾਹਰ ਨਾ ਪਟਕਾਓ, ਇਹਨਾਂ ਚਰਨਾਂ 'ਚ ਥਾਂ ਦੇ ਦਿਓ। ਤਜਹੁ ਅਪਰ ਸਤਗੁਰ ਸਭ ਗਿਣਤੀ। ਇਹ ਮਹਾਰਾਜ ਹੁਣ ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਦਿਓ, ਮੇਰੀਆਂ ਭੁੱਲਾਂ ਵੱਲ ਨਾ ਵੇਖੋ। ਕਰੋ ਨਿਹਾਰਨ ਜੋ ਮਮ ਬੇਨਤੀ। ਮੇਰੀ ਬੇਨਤੀ ਵੱਲ ਵੇਖੋ, ਮੇਰੇ ਨਾਲ ਜੁੜੇ ਹੋਏ ਹੱਥਾਂ ਵੱਲ ਵੇਖੋ, ਮੇਰੀ ਝੋਲੀ ਵਿੱਚ ਆਪਣੀ ਰਹਿਮਤ ਦੀ ਖੈਰ ਪਾਓ। ਸੱਚੇ ਪਾਤਸ਼ਾਹ ਭੂਲਤ ਸਦਾ ਦਾਸ ਗਨ ਆਏ। ਇਹ ਮਹਾਰਾਜ
ਇਨਸਾਨ ਭੁੱਲਦੇ ਆਏ, ਸੇਵਕ ਭੁੱਲਦੇ ਆਏ। ਜਦੋਂ ਦੀ ਦੁਨੀਆ ਬਣੀ ਹੈ ਨਾ ਮਹਾਰਾਜ, ਸੇਵਕਾਂ ਕੋਲੋਂ ਭੁੱਲਾਂ ਹੁੰਦੀਆਂ ਰਹੀਆਂ ਨੇ ਪੀਰ ਛਿਮਾਹੀ ਕਰਤ ਰਹਾਏ। ਤੇ ਪੀਰ ਮਾਫ ਕਰਦੇ ਰਹੇ ਨੇ, ਮੁਰੀਦ ਭੁੱਲਾਂ ਕਰਦੇ ਰਹੇ ਨੇ। ਇਹ ਦੁਨੀਆ ਦੀ ਰੀਤ ਚੱਲੀਏ, ਮੁਰੀਦ ਭੁੱਲਾਂ ਕਰਦੇ ਰਹੇ ਤੇ ਪੀਰ ਉਹਨਾਂ ਦੀਆਂ ਭੁੱਲਾਂ ਬਖਸ਼ਦੇ ਰਹੇ। ਤੁਸੀਂ ਮੇਰੇ ਪੀਰ ਹੋ ਤੇ ਮੇਰੇ ਪੀਰੋ ਮੁਰਸ਼ਦ, ਮੇਰੀ ਭੁੱਲ ਮਾਫ ਕਰ ਦਿਓ। ਦੇਖ ਦੀਨ ਗੁਰੂ ਭਏ ਕਿਰਪਾਲਾ। ਉਸ ਪਠਾਨ ਦੀ ਨਿਮਰਤਾ ਵੇਖ ਕੇ, ਉਹਦੀ ਦੀਨਤਾ ਵੇਖ ਕੇ ਫਿਰ ਦਇਆ ਦੇ ਘਰ ਜਾ ਕੇ ਸਾਧ ਸੰਗਤ ਜੀ, ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਬਚਨ ਨੇ ਵੀ ਸਿੱਖ ਦੇ ਢਹਿਣ ਵਿੱਚ ਦੇਰੀ ਹੈ, ਗੁਰੂ ਨਾਨਕ ਦੇ ਬਖਸ਼ਣ 'ਚ ਦੇਰੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਇਹ ਮਹਾਂਪੁਰਸ਼ਾਂ ਦਾ ਬਚਨ ਹੈ। ਸਿੱਖ ਦੇ ਢਹਿਣ ਦਰਬਾਰ 'ਚ ਡਿੱਗਣਾ, ਨਿਮਾਣੇ ਹੋ ਕੇ ਸਿਰ ਸੁੱਟਣਾ, ਜਿੰਨਾ ਚਿਰ ਅਸੀਂ ਨਹੀਂ ਸੁੱਟਦੇ ਉਹਨਾਂ ਚਿਰ ਗੁਰੂ ਕੀ ਕਰੇ। ਜਦੋਂ ਸਿਰ ਸੁੱਟਿਆ ਨਾਲ ਹੀ ਬਖਸ਼ੇ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸੇ ਵੇਲੇ ਦਇਆ ਦੇ ਘਰ 'ਚ ਵੀ ਆ ਗਏ। ਬੈਠਾਰਿਓ ਸਮੀਪ ਤਿਸ ਕਾਲਾ। ਆਓ ਖਾਨ ਜੀ ਇੱਥੇ ਬੈਠੋ। ਕੋਲ ਬਿਠਾ ਲਿਆ ਸੱਚੇ ਪਾਤਸ਼ਾਹ ਨੇ। ਹਾਂਜੀ, ਨਿਜ ਸਿੱਖ ਕਰ ਕੈ ਸਿੱਖਿਆ ਦੇਈ। ਆਪਣਾ ਸਿੱਖ ਬਣਾ ਲਿਆ ਤੇ ਆਪਣੀ ਸਿੱਖਿਆ ਇਉਂ ਦਿੰਦੇ ਨੇ। ਫਕਰਨ ਆਗੈ ਨਮਤਾ ਲਈ। ਕਹਿਣ ਲੱਗੇ, ਦੇਖ ਖਾਨ ਸਾਹਿਬ, ਅੱਗੇ ਨੂੰ ਵੀ ਗੱਲ ਪੱਲੇ ਬੰਨ੍ਹ ਲਓ। ਸਾਧੂ ਸੰਤ ਫਕੀਰ ਕਿਸੇ ਸੰਪਰਦਾ, ਕਿਸੇ ਧਰਮ ਦਾ, ਕਿਸੇ ਮੱਤ ਦਾ ਹੋਵੇ, ਉਹਦਾ ਕੋਈ ਮੱਤ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ, ਉਹ ਰੱਬ ਦਾ ਬੰਦਾ ਹੁੰਦਾ ਤੇ ਉਹ ਰੱਬ ਦੇ ਬੰਦਿਆਂ ਅੱਗੇ ਸਿਰ ਝੁਕਾਉਣਾ ਹੀ ਚੰਗਾ ਹੁੰਦਾ। ਹਾਂਜੀ, ਸੰਤਨ ਢਿਗ ਗਮਨਹੁ ਤਜਮਾਨ। ਸੰਤਾਂ ਕੋਲ ਕਦੀ ਵੀ ਜਾਣਾ ਮਾਣ ਛੱਡ ਕੇ, ਨਿਮਾਣੇ ਹੋ ਕੇ ਜਾਣਾ, ਹੰਕਾਰੀ ਹੋ ਕੇ ਨਹੀਂ ਜਾਣਾ। ਸੇਵਾ ਕਰਹੁ ਹੋਹੇ ਸੁਖਵਾਨ। ਸੇਵਾ ਕਰੋਗੇ ਤੇ ਸੁੱਖ ਮਿਲੇਗਾ। ਸੰਤਾਂ ਤੋਂ ਸੁੱਖ ਲੈਣਾ ਬਸ ਸੇਵਾ ਹੀ ਹੈ, ਹੋਰ ਕੁਝ ਨਹੀਂ ਮੰਗਦੇ ਹੋ। ਪੈਸੇ ਦੇ ਭੁੱਖੇ ਨਹੀਂ ਹੋ, ਉਹ ਕਿਸੇ ਚੀਜ਼ ਦੇ ਭੁੱਖੇ ਨਹੀਂ, ਉਹ ਨਿਮਰਤਾ ਤੇ ਪਿਆਰ ਤੇ ਸੇਵਾ ਦੇ ਭੁੱਖੇ ਹੁੰਦੇ ਆ। ਨਿਤ ਸਤਿਗੁਰ ਕੋ ਸਿਮਰਨ ਕਰੋ। ਬਸ ਖਾਨ ਸਾਹਿਬ, ਪਰਮੇਸ਼ਰ ਦਾ ਭਜਨ ਕਰਿਆ ਕਰੋ, ਉਸ ਅੱਲਾਹ ਤਾਲਾ ਦਾ ਨਾਂ ਜਪਿਆ ਕਰੋ, ਬੰਦਗੀ ਕਰਿਆ ਕਰੋ। ਗਰਭ ਜੋਨ ਮਹਿ ਬਹੁਰ ਨਾ ਪਰੋ। ਜਦੋਂ ਨਾਮ ਜਪੋਗੇ ਤੇ ਮੁੜ ਕੇ ਇਸ ਗਰਭ ਜੂਨੀ 'ਚ ਨਹੀਂ ਪਾਓਗੇ। ਭਇਓ ਸਿੱਖ ਗੁਰ ਕੋ ਤਬ ਖਾਨ। ਖਾਨ ਗੁਰੂ ਦਾ ਸਿੱਖ ਬਣ ਗਿਆ। ਸਾਧ ਸੰਗਤ ਜੀ, ਗੁਰੂ ਦੀ ਸਿੱਖਿਆ ਲੈ ਕੇ ਜੀਵਨ ਸਫਲ ਕਰ ਲਿਆ। ਬਾਜੀ ਜੀਤ ਉਠੇ ਭਗਵਾਨ। ਇਧਰ ਪੈਂਦੇ ਖਾਨ ਨਾਲ ਬਾਜੀ ਖੇਡ ਕੇ ਗੁਰੂ ਸਾਹਿਬ ਬਾਜੀ ਜਿੱਤ ਕੇ ਉੱਠ ਗਏ। ਚਲ ਕਰ ਨਿਜ ਡੇਰੇ ਕਹ ਆਏ। ਵਾਪਸ ਆਪਣੇ ਡੇਰੇ 'ਚ ਆ ਗਏ। ਖਾਨ ਪਾਨ ਤਿਸ ਖਾਨ ਦਿਵਾਏ। ਤੇ ਉਸ ਖਾਨ ਨੂੰ ਵੀ ਲੰਗਰ ਪ੍ਰਸ਼ਾਦਾ ਛਕਾਇਆ, ਉਹਨੂੰ ਵੀ ਕਬਰਾ ਬਿਸਤਰਾ ਮੰਜਾ ਦਿੱਤਾ ਤੇ ਬਖਸ਼ਿਸ਼ਾਂ ਕਰ ਦਿੱਤੀਆਂ ਉਸ ਖਾਨ ਉੱਤੇ। ਦਿਨ ਦੋ ਇੱਕ ਗੁਰ ਕੇ ਟਿਗ ਰਹਿਓ। ਉਹ ਖਾਨ 2 ਦਿਨ ਕਰਤਾਰਪੁਰ ਸਾਹਿਬ ਰਿਹਾ, ਗੁਰੂ ਜੀ ਦੇ ਕੋਲ ਜਲੰਧਰ। ਭਾਉ ਵਿਸਾਲ ਹਿਰਦੇ ਮਹਿ ਲਹਿਓ। ਪਰ ਬੜੇ ਪ੍ਰੇਮ ਵਿੱਚ ਭਿੱਜ ਗਿਆ। ਕੀਰਤਨ ਸੁਣਿਆ ਸਵੇਰੇ ਆਸਾ ਦੀ ਵਾਰ ਦਾ, ਰੰਗ ਹੋਰ ਹੀ ਚੜ ਗਿਆ। ਨਾਮ ਜਪਣ ਲੱਗ ਪਿਆ। ਉਹਨੇ ਸਾਰੀ ਉਮਰ ਫੌਜਾਂ 'ਚ ਲੰਘਾਈ ਸੀ, ਮੈਂ ਮੇਰੀ ਵਿੱਚ, ਹੰਕਾਰ ਵਿੱਚ। ਉਹ ਤੇ ਮਾਂਜਿਆ ਹੀ ਗਿਆ ਕਿ ਜਿਵੇਂ ਬਾਟਾ ਮਾਂਜਿਆ ਹੁੰਦਾ। ਚਮਕ ਗਿਆ, ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਹਾਂਜੀ, ਉਸਤਤ ਕਰਤ ਰਹਿਤ ਨਿਸ ਦਿਨ ਮੈਂ। ਹੁਣ ਉਹ ਦਿਨ ਰਾਤ ਗੁਰੂ ਦੀ ਉਸਤਤ ਕਰਦਾ ਰਹਿੰਦਾ, ਗੁਰੂ ਗੁਰੂ ਜਪਦਾ ਰਹਿੰਦਾ। ਜਿੱਥੇ ਵੀ ਜਾਂਦਾ ਉਹ ਕਹਿੰਦਾ, ਮੈਂ ਬੜੇ ਸੰਤ ਵੇਖੇ, ਬੜੇ ਫਕੀਰ ਵੇਖੇ, ਪਰ ਗੁਰੂ ਹਰਗੋਬਿੰਦ ਸਾਹਿਬ ਵਰਗਾ ਕੋਈ ਸੰਤ ਨਹੀਂ ਵੇਖਿਆ, ਉਹਨਾਂ ਵਰਗਾ ਕੋਈ ਫਕੀਰ ਨਹੀਂ ਵੇਖਿਆ। ਗੁਰ ਕੇ ਗੁਣ ਗਨ ਚਿਤ ਵਹਿ ਮਨ ਮੈਂ। ਜਿੱਥੇ ਜਾਂਦਾ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਹੀ ਯਾਦ ਕਰਦਾ। ਬੈਠਿਓ ਨਿਕਟ ਬਿਲੋਕ ਕਿਰਪਾਲਾ। ਗੁਰੂ ਸਾਹਿਬ ਕੋਲ ਬੈਠਾ ਤੇ ਮਹਾਰਾਜ ਉਹਨੂੰ ਵੇਖ ਕੇ ਬਿਰਦ ਸੰਭਾਰ ਕਹਿਓ ਤਿਸ ਕਾਲਾ। ਕਿਰਪਾ ਦੇ ਘਰ ਚ ਆਏ ਤੇ ਬੋਲੇ, ਜਾਹੋ ਖਾਨ ਅਬ ਸਦਨ ਮਝਾਰੀ। ਕਹਿੰਦੇ, ਖਾਨ ਜੀ ਹੁਣ ਆਪਣੇ ਘਰ ਜਾਓ, ਪਿੰਡ ਜਾਓ ਆਪਣੇ, ਬਨਹਿ ਪ੍ਰਥਮ ਸਮ ਮਨ ਸਭ ਭਾਰੀ। ਜਾਓ, ਤੁਹਾਡਾ ਅਹੁਦਾ ਤੁਹਾਨੂੰ ਫਿਰ ਮਿਲ ਜਾਏਗਾ। ਬਾਦਸ਼ਾਹ ਤੁਹਾਨੂੰ ਪਹਿਲੇ ਤੋਂ ਵੱਡੇ ਅਹੁਦੇ ਤੇ ਰੱਖੇਗਾ। ਹਾਂਜੀ, ਸ੍ਰੀ ਗੁਰੂ ਨਾਨਕ ਬਖਸ਼ਿਓ ਤੋਹੇ। ਸ੍ਰੀ ਗੁਰੂ ਨਾਨਕ ਸਾਹਿਬ ਨੇ ਤੇਰੇ ਤੇ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਤੁੱਠੇ ਨੇ। ਸਾਧ ਸੰਗਤ ਜੀ, ਗੁਰੂ ਨਾਨਕ ਦੀ ਕਰੋਪੀ ਹੋ ਜਾਏ ਤੇ ਬਾਦਸ਼ਾਹ ਭੀਖ ਮੰਗਣ ਲੱਗ ਜਾਂਦੇ ਆ। ਗੁਰੂ ਨਾਨਕ ਦੀ ਕਿਰਪਾ ਹੋ ਜਾਏ ਤੇ ਭਿਖਾਰੀ ਬਾਦਸ਼ਾਹ ਬਣ ਜਾਂਦੇ। ਹਾਂਜੀ, ਸਕਲ ਸਮਾਜ ਤਥਾ ਪੁਨ ਹੋਏ। ਜਾ, ਉੱਦਾਂ ਹੀ ਤੇਰਾ ਸਾਰਾ ਕੁਛ, ਤੇਰਾ ਅਹੁਦਾ, ਤੇਰੀ ਨੌਕਰੀ, ਤੇਰੀ ਪਦਵੀ ਸਭ ਉੱਦਾਂ ਹੀ ਬਣ ਜਾਏਗੀ। ਹਾਂਜੀ, ਸੁਨ ਬਰ ਗੁਰ ਕੋ ਹਰਖਿਓ ਖਾਨ। ਉਹ ਖਾਨ ਗੁਰੂ ਜੀ ਦਾ ਵਰ ਲੈ ਕੇ ਬੜਾ ਖੁਸ਼ ਹੋਇਆ। ਬਾਰ ਬਾਰ ਪਦ ਬੰਧਨ ਠਾਨ। ਬਾਰ ਬਾਰ ਮਹਾਰਾਜ ਦੇ ਚਰਨਾਂ ਤੇ ਮੱਥੇ ਟੇਕਦਾ ਤੇ ਆ ਮੱਥਾ ਲਾ ਲਾ ਕੇ ਤੇ ਮਹਾਰਾਜ ਦੇ ਚਰਨ ਚੁੰਮਦਾ ਹੈ। ਮਾਨਿਓ ਬਚਨ ਭਾਉ ਕੋ ਧਾਰਾ। ਮਹਾਰਾਜ ਦਾ ਬਚਨ ਮੰਨ ਕੇ ਪ੍ਰੇਮ ਭਾਵਨਾ ਦੇ ਨਾਲ
ਸ਼ਰਧਾ ਦੇ ਨਾਲ ਭਿੱਜ ਗਿਆ। ले आयस को सदन सिधारा। ਆਗਿਆ ਲੈ ਕੇ ਘਰ ਚਲਾ ਗਿਆ। 4 दिन घर बैठियो रहियो। 4 ਦਿਨ ਘਰ ਰਿਹਾ ਆਪਣੇ ਬੱਚਿਆਂ ਕੋਲ। शाहो सभा में ऐसे कहियो। ਤੇ ਬਾਦਸ਼ਾਹ ਦੀ ਕਚਹਿਰੀ 'ਚ ਬਾਦਸ਼ਾਹ ਦੇ ਮੂੰਹ ਤੋਂ ਕੀ ਗੱਲ ਨਿਕਲੀ? ਦੇਖੋ ਮਨ ਫੇਰਦਾ ਨਾ ਗੁਰੂ। ਬਾਦਸ਼ਾਹ ਸ਼ਾਹਜਹਾਨ ਨੇ ਇਸ ਤਰ੍ਹਾਂ ਆਪਣੀ ਕਚਹਿਰੀ 'ਚ ਆਖਿਆ। सो उमराव हो तो बहु दिन को। ਕਹਿੰਦੇ ਉਹ ਸਾਡਾ ਬੜਾ ਪੁਰਾਣਾ ਬੰਦਾ ਸੀ, ਬੜੀ ਉਹਨੇ ਨੌਕਰੀ ਕੀਤੀ ਸੀ, ਚਲੋ ਇੱਕ ਵਾਰੀ ਹਾਰ ਗਿਆ ਤਾਂ ਕੀ ਹੋਇਆ? ਕਹਿੰਦੇ ਹਾਂਜੀ। कहाँ भयो जो त्याग्यो रन को। ਕੀ ਹੋ ਗਿਆ ਜੇ ਇੱਕ ਵਾਰੀ ਜੰਗ 'ਚ ਵਿਚਾਰੇ ਨੂੰ ਭਾਜੜ ਖਾਣੀ ਪੈ ਗਈ? ਹੈ ਤਾਂ ਬੰਦਾ ਆਪਣਾ ਹੀ ਹੈ ਨਾ, ਬੁਲਾ ਲਓ ਉਹਨੂੰ ਵਾਪਸ। ਕਹਿੰਦੇ कई बार आगे इह लरियो। ਅੱਗੇ ਵੀ ਤੇ ਕਈ ਵਾਰੀ ਜੰਗਾਂ ਲੜਿਆ ਤੇ ਜਿੱਤ ਕੇ ਵੀ ਆਉਂਦਾ ਰਿਹਾ। कारज शाहो सदन को करियो। ਇਹਨੇ ਸਾਡੀ ਸਰਕਾਰ ਦੀ ਬੜੀ ਨੌਕਰੀ ਕੀਤੀ, ਬੜੇ ਕੰਮ ਕੀਤੇ ਆ ਬਾਦਸ਼ਾਹ ਦੇ। पठियो दूत तिह निकट हकारा। ਕਹਿੰਦੇ ਉਸ ਵੇਲੇ ਬਾਦਸ਼ਾਹ ਨੇ ਨਾ ਆਪਣੇ ਦੂਤ ਭੇਜ ਕੇ ਉਸ ਜਰਨਲ ਨੂੰ ਫੇਰ ਆਪਣੇ ਦਰਬਾਰ 'ਚ ਸੱਦ ਲਿਆ। पूर्व ते विशाल सत्कारा। ਪਹਿਲੇ ਨਾਲੋਂ ਜ਼ਿਆਦਾ ਸਤਿਕਾਰ ਕੀਤਾ। भयो अनादर इसको जाना। ਇਹ ਜਾਣ ਕੇ ਵੀ ਇਹਦਾ ਅਨਾਦਰ ਹੋ ਗਿਆ, ਮੇਰੇ ਤੋਂ ਇਹਦੇ ਨਾਲ ਥੋੜਾ ਜਿਹਾ ਮਾੜਾ ਬੋਲਿਆ ਗਿਆ। ਬਾਦਸ਼ਾਹ ਨੇ ਪਹਿਲੇ ਨਾਲੋਂ ਜ਼ਿਆਦਾ ਰਿਸਪੈਕਟ ਕੀਤੀ। मन सब बख्शो तब है महाना। ਉਸ ਤੋਂ ਵੀ ਵੱਡਾ ਅਹੁਦਾ ਬਖਸ਼ ਦਿੱਤਾ। गुर करना ते मृग भाषेर। ਆਹਾ ਧੰਨ ਗੁਰੂ ਹਰਗੋਬਿੰਦ ਸਾਹਿਬ। ਸਾਰੀ ਸੰਗਤ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ। ਉਹਨਾਂ ਦੀ ਕਿਰਪਾ ਨਾਲ ਗਿੱਦੜ ਫੇਰ ਸ਼ੇਰ ਬਣ ਗਿਆ। ਹਾਂਜੀ। सिमरन करता सांझ सुबेर। ਹੁਣ ਗੁਰੂ ਦਾ ਸਿਮਰਨ ਕਰਨ ਲੱਗਾ। ਸਵੇਰੇ ਵੀ ਬਾਣੀ ਪੜ੍ਹਦਾ, ਸ਼ਾਮੀ ਵੀ ਗੁਰੂ ਸਾਹਿਬ ਨੂੰ ਯਾਦ ਕਰਦਾ। ਹਾਂਜੀ। इम श्री हरगोविंदपुर बासे। ਇਦਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਕਰਤਾਰਪੁਰ ਚ ਰਹੇ ਨੇ। मन भावत बहु करे बिलासे। ਬਹੁਤ ਕੌਤਕ ਕੀਤੇ ਨੇ ਇਸ ਤਰ੍ਹਾਂ ਸਾਧ ਸੰਗਤ ਜੀ। कब उपवन मह दिवस गुजारे। ਕਦੀ ਬਾਗ ਵਿੱਚ ਦਿਨ ਗੁਜ਼ਾਰਦੇ ਨੇ, कब बन वृत अखेर सिधारे। ਕਦੀ ਸ਼ਿਕਾਰ ਨੂੰ ਚਲੇ ਜਾਂਦੇ ਨੇ। दिन सावन के बरखा होत। ਸਾਵਣ ਦਾ ਮਹੀਨਾ ਆ ਗਿਆ ਤੇ ਮੀਂਹ ਪੈਣ ਲੱਗ ਪਿਆ। वरण वरण को जलद ਔਰ उदोत। ਬੜੇ ਬੱਦਲ ਚੜ ਚੜ ਕੇ ਆਉਂਦੇ ਨੇ। घोखत घन घन इत उत धावे। ਔਰ ਬੱਦਲ ਦੌੜੇ ਫਿਰਦੇ ਨੇ ਆਕਾਸ਼ ਵਿੱਚ। धरा सजल कर आनंद उपावे। ਧਰਤੀ ਹਰੀ ਭਰੀ ਹੋ ਗਈ ਹੈ। हरियावल अवनी पर होई। ਸਾਰੀ ਧਰਤੀ ਤੇ ਹਰਿਆਲੀ ਹੋ ਗਈ। इंद बधु बिचरत बिच ਔਰ जोई। ਚੀਚ ਵਹੁਟੀਆਂ ਫਿਰਦੀਆਂ ਹਨ। मनहुस बंधु नील उडोनी। ਕਹਿੰਦੇ ਮਾਨੋ ਸੋਹਣੇ ਨੀਲ ਰੰਗ ਦੇ ਕੱਪੜੇ ਪਹਿਨ ਕੇ। ऊपर पहरी सुंदर छोनी। ਇਹ ਧਰਤੀ ਨੇ ਸੋਹਣਾ ਹਰੇ ਰੰਗ ਦਾ ਸਮਝੋ ਇਹ ਹਰੇ ਰੰਗ ਦੀ ਚੁੰਨੀ ਲੈ ਲਈ ਹੈ। बह्यो प्रवाह नदी बहु नारे। ਔਰ ਨਦੀਆਂ ਨਾਲੇ ਭਰ ਗਏ ਨੇ। जित कित बरख है जल तर तारे। ਔਰ ਸਭ ਥਾਂ ਤੇ ਜਲ ਥਲ ਹੋ ਗਿਆ ਹੈ। सतगुर पुर करतार बिराजे। ਮਹਾਰਾਜ ਕਰਤਾਰਪੁਰ ਚ ਬਿਰਾਜੇ ਹੋਏ ਨੇ। जिनके नाम जपे अग भाजे। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦਾ ਨਾਂ ਲੈਣ ਨਾਲ ਹੀ ਪਾਪ ਨਸ਼ਟ ਹੋ ਜਾਂਦੇ। ਇਹੋ ਜਿਹੇ ਮਹਾਰਾਜ ਛੇਵੇਂ ਪਾਤਸ਼ਾਹ ਦੀ ਕਥਾ ਸੰਗਤਾਂ ਨੇ ਸਰਵਣ ਕੀਤੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਹੇ ਗੋਬਿੰਦ, ਹੇ ਗੋਪਾਲ।